का प्रगट पहारा। वाहिगुरु जी का खालसा वाहिगुरु जी की वाहिगुरु जी वाहिगुरु जी की फतेह। क्लास में शामिल सारे गए हैं। एक बार अनम्यूट कर लो अपने आप ਨੂੰ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਅੱਜ ਦੀ ਇਹ ਕਲਾਸ ਸਾਡੀ ਸਵਾਲ ਜਵਾਬ ਦਾ ਸੈਸ਼ਨ ਹੋਏਗਾ। ਜਿਸ ਤਰ੍ਹਾਂ ਕਿ ਹਰ ਸੋਮਵਾਰ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਜਿਹੜੇ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਆਪ ਜੀ ਭੇਜਦੇ ਹੋ ਉਹਨਾਂ ਨੂੰ ਵਿਚਾਰ ਕਰਕੇ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਜੋ ਸਮਝ ਵਿੱਚ ਆਉਂਦੇ ਹਨ ਉਹ ਜਵਾਬ ਆਪ ਜੀ ਨਾਲ ਸਾਂਝੇ ਕਰੀਦੇ ਹਨ। ਹਰ ਵਾਰੀ ਦੀ ਤਰ੍ਹਾਂ ਬੇਨਤੀ ਕਰੀਦੀ ਹੈ ਕਿ ਇਹ ਜਵਾਬ ਅੰਤਮ ਨਹੀਂ ਹਨ। ਇਹਨਾਂ ਵਿੱਚ ਹੋਰ ਸੋਚ ਸੁਧਾਈ ਦੀ ਲੋੜ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਸਾਰੇ ਸਿੱਖਿਆਰਥੀ ਹਾਂ, ਸਿੱਖਣ ਵਾਲੇ ਹਾਂ। ਜਿੰਨੀ ਕੁ ਸੋਚ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਹਦੇ ਮੁਤਾਬਕ ਜਵਾਬ ਦੇਈਦਾ ਹੈ। ਇਹ ਸਾਰੇ ਜਵਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦਰਪਣ, ਹੋਰ ਵਿਦਵਾਨਾਂ ਵੱਲੋਂ ਲਿਖੇ ਹੋਏ ਟੀਕੇ, ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ, ਗੁਰੂ ਇਤਿਹਾਸ, ਮਹਾਨ ਕੋਸ਼ ਤੇ ਹੋਰ ਇਹੋ ਜਿਹੇ ਗ੍ਰੰਥ ਹਨ ਜਿਨ੍ਹਾਂ ਤੇ ਖੋਜ ਕਰਕੇ ਆਪ ਜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਇਸ ਸੈਸ਼ਨ ਦੀ ਜ਼ਿੰਮੇਵਾਰੀ ਵੀ ਰਾਜਾ ਸਿੰਘ ਜੀ ਜੋ ਹਰ ਹਫ਼ਤੇ ਬੜੇ ਬਾਖੂਬੀ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸੈਸ਼ਨ ਜਿਹੜਾ ਹੈ ਸ਼ੁਰੂ ਕੀਤਾ ਜਾਵੇ। ਸਵਾਲ ਜਵਾਬ ਦਾ ਸੈਸ਼ਨ ਵੀ ਰਾਜਾ ਸਿੰਘ ਜੀ ਸ਼ੁਰੂ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਪਲੇਟਫਾਰਮ ਤੇ ਜੀ ਆਇਆਂ। ਔਰ ਅੱਜ ਦਾ ਜੋ ਸੈਸ਼ਨ ਹੈ ਸਵਾਲ ਜਵਾਬ, ਉਹਦੇ ਵਿੱਚ ਹਰ ਹਫਤੇ ਦੀ ਤਰ੍ਹਾਂ ਸਾਡੇ ਕੋਲ ਡਿਫਰੈਂਟ ਟੌਪਿਕਸ ਤੇ ਆਪ ਜੀ ਵੱਲੋਂ ਭੇਜੇ ਹੋਏ ਜੋ ਸਵਾਲ ਨੇ ਉਹ ਆਏ ਨੇ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਪੈਨਲ ਮੈਂਬਰਸ ਨੂੰ ਵੀ ਉਹ ਕਿਰਪਾ ਕਰਕੇ ਸੰਗਤ ਨਾਲ ਫਤਿਹ ਦੀ ਸਾਂਝ ਪਾ ਲੈਣ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਅਨਮਿਊਟ ਕਰ ਲਓ ਜੀ। ਅਨਮਿਊਟ ਨਹੀਂ ਹੋਇਆ ਜੀ। ਅਜੇ ਵੀ ਨਹੀਂ ਹੋਇਆ ਅਨਮਿਊਟ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਤੇ ਸਤਜਿੰਦਰ ਸਿੰਘ ਜੀ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ ਨੇ ਆਪ ਨੂੰ ਫਤਿਹ ਸਾਂਝੀ ਕਰ ਲਈ ਹੈ। ਔਰ ਮਨਮੋਹਨ ਸਿੰਘ ਜੀ ਮੇਰੇ ਖਿਆਲ ਹੈ ਵੀ ਥੋੜੀ ਦੇਰ ਤੱਕ ਜੁਆਇਨ ਕਰਨਗੇ, ਸ਼ਾਇਦ ਆਏ ਨਹੀਂਗੇ। तो साथ संगत आप शुरू करते हैं। तो जिस तरह मैं बेनती कर रहा था ਵੱਖ-ਵੱਖ टॉपिक्स से साढ़े को सवाल आए ने। तो जिस वेले असीं गुरमत पढ़ते हैं, गुर इतिहास में पढ़ते हैं तो जरूरी गल है मन च कई तरह दी क्यूरियोसिटीज आउंदियां ने भी यह चीज़ किद्दां होई, यह कदों तो शुरू हुई। हालांकि साडा जो इतिहास है सिख इतिहास ये बहुता पुराना नहीं है, 500-550 साल की गल है। पर गुरमत काव्य और गुरु ग्रंथ साहब की जी कंट्रीब्यूशन है
ਉਹ ਜਿਨ੍ਹਾਂ ਮਹਾਂਪੁਰਖਾਂ ਦੀ ਹੈ ਉਹ ਉਸ ਤੋਂ ਵੀ ਪਹਿਲੇ ਸਮੇਂ ਦੇ ਸਨ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਕਿ ਤੁਰਕੀ ਬਾਣੀ ਦੇ ਮਿਆਰ ਦੀ ਬਾਣੀ ਜਿਹੜੀ ਇਕੱਠੀ ਕਰਕੇ ਸਾਡੇ ਲਈ ਉਹਨਾਂ ਨੇ ਇੱਕ ਬੜਾ ਵੱਡਾ ਭੰਡਾਰ ਤਿਆਰ ਕਰ ਸਾਂਭ ਦਿੱਤਾ। ਤੋ ਇਹੋ ਜਿਹੇ ਇੱਕ ਸਵਾਲ ਸਾਧ ਸੰਗਤ ਜੀ ਪਹਿਲਾਂ ਸਾਡੇ ਕੋਲ ਆਇਆ ਕਿ ਗੁਰਮਤਿ ਕਾਵਿ ਦੇ ਮੋਢੀ ਕੌਣ ਸਨ। ਤੋ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਤੇ ਚਾਨਣਾ ਪਾਉਣ ਵੀ ਗੁਰਮਤਿ ਕਾਵਿ ਦੇ ਮੋਢੀ ਕੌਣ ਸਨ। ਹਾਂਜੀ ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰਮਤਿ ਰਚਨਾਵਾਂ ਅਲੱਗ-ਅਲੱਗ ਭਗਤਾਂ ਨੇ, ਪੰਡਤਾਂ ਨੇ, ਗੁਰਸਿੱਖਾਂ ਨੇ ਔਰ 6 ਗੁਰੂ ਸਾਹਿਬਾਨ ਨੇ ਦਰਜ ਕੀਤੀਆਂ ਹਨ, ਉਹ ਸਾਰੀਆਂ ਹੀ ਗੁਰਮਤਿ ਕਾਵਿ ਦੇ ਵਿੱਚ ਮੰਨੀਆਂ ਜਾਂਦੀਆਂ ਹਨ। ਤੋ ਇਹਨਾਂ ਦੇ ਵਿੱਚ ਜਿੱਥੇ 29 ਜਿਹੜੇ ਹਨ ਉਹ ਮਹਾਂਪੁਰਖ ਭੱਟ ਔਰ ਜਿਹੜੇ ਭਗਤ ਹਨ ਔਰ 3 ਗੁਰਸਿੱਖ ਹਨ, ਇਹਨਾਂ ਦੀ ਬਾਣੀ ਜੋ ਗੁਰੂ ਸਾਹਿਬ ਤੋਂ ਇਲਾਵਾ ਹੈ, ਇਹਨਾਂ ਦੇ ਵਿੱਚੋਂ ਭਗਤ ਕਬੀਰ ਜੀ ਔਰ ਭਗਤ ਫਰੀਦ ਜੀ, ਭਗਤ ਬਾਬਾ ਫਰੀਦ ਜੀ ਸ਼ਕਰਗੰਜ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਬਾਣੀ ਜੋ ਹੈ ਸਭ ਤੋਂ ਪੁਰਾਣੀ ਦੇ ਅੰਦਰ ਹੈ। ਕਿਉਂਕਿ ਭਗਤ ਫਰੀਦ, ਬਾਬਾ ਫਰੀਦ ਜੀ ਦਾ ਜਨਮ ਜਿਹੜਾ ਹੈ ਉਹ ਜਿਹੜੇ ਸਾਡੇ ਕੋਲ ਜਿਹੜੀ ਸੋਰਸਿਸ ਅਵੇਲੇਬਲ ਹਨ ਉਹਨਾਂ ਦੇ ਮੁਤਾਬਕ ਉਹਨਾਂ ਦਾ ਜਨਮ ਜਿਹੜਾ ਹੈ ਉਹ 1173 ਦਾ ਮੰਨਿਆ ਗਿਆ ਹੈ ਔਰ 1173 ਤੋਂ ਲਾ ਕੇ 1265 ਤੱਕ ਉਹਨਾਂ ਦਾ ਜੀਵਨ ਕਾਲ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਉਹ ਬਾਬਾ ਫਰੀਦ ਜੀ ਕਿਉਂਕਿ ਉਹ ਜਿਵੇਂ ਉਹਨਾਂ ਦਾ ਮੁੱਢਲਾ ਜੀਵਨ ਸੀ ਉਹ ਬਹੁਤਾ ਪੰਜਾਬੀ ਵਿੱਚ ਹੀ ਜਿਹੜੀ ਗੱਲਬਾਤ ਕਰਿਆ ਕਰਦੇ ਸਨ ਤੇ ਭਾਵੇਂ ਉਹਨਾਂ ਨੂੰ ਨਾਲੇ ਜਿਹੜੀ ਹੈ ਇਸ ਤੋਂ ਇਲਾਵਾ ਹੋਰ ਭਾਸ਼ਾਵਾਂ ਦੀ ਵੀ ਨੌਲੇਜ ਸੀਗੀ, ਲੇਕਿਨ ਉਹ ਬਹੁਤੀ ਜਿਹੜੀ ਗੱਲਬਾਤ ਹੈ ਉਹ ਪੰਜਾਬੀ ਵਿੱਚ ਹੀ ਕਰਿਆ ਕਰਦੇ ਸਨ ਕਿਉਂਕਿ ਉਹਨਾਂ ਦਾ ਸੂਫੀ ਬੈਕਗਰਾਉਂਡ ਸੀਗਾ। ਮੈਂ ਇੱਥੇ ਗੱਲ ਹੋਰ ਕਹਿ ਦਿਆਂ ਕਿ ਜੋ ਉਹਨਾਂ ਦੀ ਗੁਰਮਤਿ ਕਾਵਿ ਹੈ ਇਹਦੇ ਨਾਲ ਹੀ ਜਿਹੜੀ ਉਹਨਾਂ ਦੀ ਪੰਜਾਬੀ ਕਾਵਿ ਹੈ ਉਹਦੇ ਵਿੱਚ ਵੀ ਸਭ ਤੋਂ ਉਹ ਮੋਢੀ ਹਨ। ਪੰਜਾਬੀ ਕਾਵਿ ਔਰ ਗੁਰਮਤਿ ਕਾਵਿ ਦੋਨਾਂ ਦੇ ਵਿੱਚ ਹੀ ਉਹ ਮੋਢੀ ਹਨ ਕਿਉਂਕਿ 1173 ਤੋਂ ਪਹਿਲਾਂ ਦੀ ਕੋਈ ਰਚਨਾ ਜਿਹੜੀ ਹੈ ਉਹ ਸਾਨੂੰ ਨਹੀਂ ਮਿਲਦੀ ਹੈ। ਔਰ ਜਿੱਥੇ ਤੱਕ ਭਗਤ ਫਰੀਦ ਜੀ ਦਾ, ਕਬੀਰ ਜੀ ਦਾ ਸਵਾਲ ਹੈ, ਉਹਨਾਂ ਦੀ ਜਿਹੜੀ ਰਚਨਾ ਹੈ ਉਹ 14ਵੀਂ ਸਦੀ ਦੇ ਵਿੱਚ ਜਾ ਕਰਕੇ ਮਿਲਦੀ ਹੈ। ਤਾਂ ਤਕਰੀਬਨ 2 ਸਦੀਆਂ ਦਾ ਜਿਹੜਾ ਅੰਤਰ ਹੈ, ਤਾਂ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਬਾਬਾ ਫਰੀਦ ਜੀ ਜਿਹੜੇ ਹਨ ਉਹ ਗੁਰਮਤਿ ਕਾਵਿ ਦੇ ਜਿਹੜੇ ਹਨ ਉਹ ਮੋਢੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ 134 ਜਿਹੜੀਆਂ ਹਨ ਉਹ ਰਚਨਾਵਾਂ ਹਨ ਜਿਹਨਾਂ ਨੂੰ ਅਸੀਂ ਸ਼ਬਦ ਕਹਿ ਸਕਦੇ ਹਾਂ। ਇਹਨਾਂ ਦੇ 3 ਸੈਕਸ਼ਨ ਦੇ ਵਿੱਚ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਪਹਿਲਾ ਜਿਹੜਾ ਸੈਕਸ਼ਨ ਹੈ ਉਹ 2 ਸ਼ਬਦ ਹਨ ਆਸਾ ਰਾਗ ਦੇ ਅੰਦਰ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 488 ਦੇ ਉੱਪਰ ਦਰਜ ਹਨ। ਔਰ ਉਸ ਤੋਂ ਬਾਅਦ ਜਿਹੜੇ ਦੂਜੇ ਸੈਕਸ਼ਨ ਦੇ ਵਿੱਚ ਜਿਹੜੇ ਹਨ ਸ਼ਬਦ ਸੂਹੀ ਰਾਗ ਦੇ ਵਿੱਚ ਇਹਨਾਂ ਦੇ ਸ਼ਬਦ ਜਿਹੜੇ ਹਨ ਉਹ ਦਰਜ ਹਨ। ਔਰ ਫਿਰ ਜੋ ਲੰਮੇਰੀ ਰਚਨਾ ਜਿਹਨੂੰ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਕਹਿੰਦੇ ਹਾਂ ਉਹ 1377 ਅੰਕ ਤੋਂ ਲਾ ਕੇ 1384 ਅੰਕ ਤੱਕ ਜਿਹੜੇ ਹਨ ਬਿਰਾਜਮਾਨ ਹਨ। ਇੱਥੇ ਤੱਕ ਉਹਨਾਂ ਦੀ ਆਸਾ ਰਾਗ ਦੇ ਅੰਦਰ ਸ਼ੇਖ ਫਰੀਦ ਜੀ ਦੀ ਬਾਣੀ ਹੈ, ਉਹ ਜਿਹੜਾ ਪਹਿਲਾ ਸ਼ਬਦ ਹੈ ਉਹ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੋਖ ਹੋਰ ਤੇ ਕਾਢੇ ਕੱਚਿਆ। ਇਹ ਜਿਹੜੇ ਹਨ ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹਨ ਦਰਜ ਹਨ। ਔਰ ਇਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਬਦ ਇਹਨਾਂ ਨੇ ਹੋਰ ਅੰਕਿਤ ਕੀਤੇ ਹਨ ਉਹ ਜਿਹੜੇ ਆਸਾ ਰਾਗ ਦੇ ਵਿੱਚ ਵੀ ਹਨ। ਬੋਲੇ ਸ਼ੇਖ ਫਰੀਦ ਪਿਆਰੇ ਅੱਲ੍ਹਾ ਲੱਗੇ ਅੱਲਾਹ ਲੱਗੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ, ਇਹ ਦੂਸਰਾ ਸ਼ਬਦ ਹੈ ਆਸਾ ਰਾਗ ਦੇ ਅੰਦਰ। ਇਸ ਤੋਂ ਬਾਅਦ ਜਿਹੜੀ ਹੈ ਸੂਹੀ ਰਾਗ ਦੇ ਅੰਦਰ ਜੋ ਸ਼ੇਖ ਫਰੀਦ ਬਾਬਾ ਜੀ ਦੀ ਬਾਣੀ ਹੈ ਉਹ ਹੈ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ ਬਾਵਲ ਹੋਈ ਸੋ ਸ਼ੌ ਲੋਰੋਂ। ਇਸੇ ਰਾਗ ਦੇ ਅੰਦਰ ਸੂਹੀ ਲਲਿਤ ਦੇ ਅੰਦਰ ਬਾਬਾ ਜੀ ਦਾ ਸ਼ਬਦ ਹੈ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਬ ਪੁੱਛ ਲੈ ਤਬ ਤਰਨ ਦੁਹੇਲਾ। ਇਹ ਜਿਹੜੇ 4 ਸ਼ਬਦ ਹਨ ਇਹ ਬਾਬਾ ਜੀ ਦੇ ਇੱਥੇ ਦਰਜ ਹਨ। ਔਰ ਇਸ ਤੋਂ ਬਾਅਦ ਜਿਹੜੇ ਸ਼ਲੋਕ ਹਨ ਉਹ ਅਸੀਂ ਜਿੱਥੋਂ ਆਰੰਭਤਾ ਇਹਨਾਂ ਦੀ ਦੇਖਦੇ ਹਾਂ ਉਹ ਸ਼ਬਦ ਮੈਂ ਆਪ ਜੀ ਨਾਲ ਸਾਂਝੇ ਕਰਦਾ ਹਾਂ ਕਿ ਉਹ ਸ਼ਲੋਕ ਜਿਹੜੇ ਹਨ
ਉਹ ਸ਼ੁਰੂ ਆਰੰਭ ਹੁੰਦੇ ਹਨ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਵੇਖਾਲੇ ਆਏ। ਇੱਥੋਂ ਆਰੰਭ ਹੁੰਦੇ ਹਨ ਔਰ ਇਹ ਸਮਾਪਤ ਹੁੰਦੇ ਹਨ। ਸਭਨਾ ਮਨ ਮਾਨਕ ਠਾਹਨ ਮੂਲ ਮਚੰਗਵਾ, ਜੇ ਤੋ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਂ ਦਾ। ਤੋ ਇਹ 130 ਜਿਹੜੇ ਹਨ ਉਹ ਸ਼ਲੋਕ ਹਨ ਬਾਬਾ ਫਰੀਦ ਜੀ ਦੇ। ਔਰ ਇਹਨਾਂ ਸ਼ਲੋਕਾਂ ਦੇ ਅੰਦਰ ਜਿਹੜੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਆਪਣੇ ਵਿਚਾਰ ਦਿੱਤੇ ਹਨ। ਔਰ ਇਸ ਦੇ ਵਿੱਚ ਇੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਦੇ ਅੰਦਰ ਜਿਹੜੀ ਹੈ ਉਹ ਇਕੱਤਰ ਕੀਤੀ। ਇਹਨਾਂ ਦੇ ਸਥਾਨਾਂ ਦੇ ਉੱਪਰ ਜਾ ਕੇ ਪਾਕ ਪੱਟਣ, ਜਿੱਥੇ ਕਿ ਸ਼ੇਖ ਬ੍ਰਹਮ ਜਿਹੜਾ ਹੈ ਉਹ ਉਸ ਵਕਤ ਉਸ ਗੱਦੀ ਦੇ ਉੱਪਰ ਬਿਰਾਜਮਾਨ ਸੀ। ਔਰ ਗੁਰੂ ਨਾਨਕ ਪਾਤਸ਼ਾਹ 2 ਵਾਰੀ ਇਹਨਾਂ ਦੇ ਇਸ ਪਾਕ ਪੱਟਣ ਸਥਾਨ ਤੇ ਗਏ ਹਨ ਔਰ ਉੱਥੋਂ ਉਹ ਬਾਣੀ ਜਿਹੜੀ ਹੈ ਆਪ ਇਕੱਤਰ ਕਰਕੇ ਲਿਆਏ ਹਨ। ਔਰ ਇਹ ਜਿਹੜੇ ਤੀਸਰੇ ਪਾਤਸ਼ਾਹ ਦੀ ਔਰ ਪੰਜਵੇਂ ਪਾਤਸ਼ਾਹ ਦੀ ਜੋ ਇਹਦੇ ਅੰਦਰ ਮੋਹਰ ਜਿਹੜੀ ਲੱਗਦੀ ਹੈ ਬਾਣੀ ਦੇ ਅੰਦਰ, ਆਪਣੇ ਵਿਚਾਰ ਜਿਹੜੇ ਦਿੱਤੇ ਹਨ ਉਸੇ ਸਬਜੈਕਟ ਦੇ ਅੰਦਰ ਹੀ, ਜਿਵੇਂ ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਇਸ ਸ਼ਲੋਕ ਦੇ ਅੰਦਰ ਤੀਸਰੇ ਪਾਤਸ਼ਾਹ ਨੇ ਵੀ ਫਰੀਦਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਲਿਖ ਕਰਕੇ ਇਹ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਬਾਣੀ ਇਕੱਤਰ ਕੀਤੀ ਉਹਨਾਂ ਬਾਕੀ ਗੁਰੂਆਂ ਨੂੰ ਵੀ, ਜਿਵੇਂ ਸਾਖੀਆਂ ਵਿੱਚ ਜ਼ਿਕਰ ਆਉਂਦਾ ਕਿ ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰੰਗਦ ਜੋਗ ਮਿਲੀ। ਸੋ ਇਹ ਜਿਵੇਂ ਪੋਥੀਆਂ ਜਿਹੜੀਆਂ ਹਨ ਗੁਰੰਗਦ ਪਾਤਸ਼ਾਹ ਤੋਂ ਅੱਗੋਂ ਫਿਰ ਗੁਰੂ ਅਮਰਦਾਸ ਪਾਤਸ਼ਾਹ ਔਰ ਫਿਰ ਚੌਥੇ ਪਾਤਸ਼ਾਹ ਔਰ ਪੰਜਵੇਂ ਪਾਤਸ਼ਾਹ ਇਸ ਤਰ੍ਹਾਂ ਜਿਹੜੀ ਹੈ ਉਹ ਅੱਗੇ ਜਿਹੜੀ ਚਲਦੀ ਗਈ ਹੈ ਬਾਕੀ ਗੁਰੂਆਂ ਵਿੱਚ ਵੀ। ਤੋ ਇਸ ਬਾਣੀ ਨੂੰ ਬੜੇ ਗਹੁ ਦੇ ਨਾਲ, ਜਿਵੇਂ ਪਿਛਲੇ ਟਾਪਿਕ ਅੰਦਰ ਇਹ ਵੀ ਦੱਸਿਆ ਸੀਗਾ ਕਿ ਬਾਕੀ ਜਿਹੜੇ ਭਗਤ ਉਸ ਵੇਲੇ ਦੇ ਤਤਕਾਲੀ ਸਨ ਉਹ ਵੀ ਬਾਣੀਆਂ ਲੈ ਕੇ ਆਏ ਸਨ, ਲੇਕਿਨ ਜਿਹੜੀ ਬਾਣੀ ਗੁਰਮਤਿ ਦੇ ਨਾਲ ਮੇਲ ਖਾਂਦੀ ਸੀ ਗੁਰੂ ਨਾਨਕ ਵਿਚਾਰਧਾਰਾ ਦੇ ਨਾਲ, ਉਸੇ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨ ਕਰਕੇ ਅੰਕਿਤ ਕੀਤਾ ਗਿਆ। ਤੋ ਇਹ ਬਾਣੀ ਭਗਤ ਬਾਬਾ ਫਰੀਦ ਜੀ ਦੀ ਜਿਹੜੀ ਹੈ ਉਹ ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰਮਤਿ ਕਾਵਿ ਦੇ ਜਿਹੜੇ ਮੋਢੀ ਸਨ ਉਹ ਬਾਬਾ ਫਰੀਦ ਜੀ ਸਨ। ਔਰ ਸਾਨੂੰ ਇਸ ਗੱਲ ਦੇ ਉੱਪਰ ਮਾਣ ਹੈ ਕਿ ਜਿੱਥੇ ਹੋਰ ਜਾਤੀਆਂ ਦੇ ਵਰਨਾਂ ਦੇ ਔਰ ਮਜ਼ਹਬਾਂ ਦੇ ਜਿਹੜੇ ਜਾਣਨ ਵਾਲੇ ਸਨ ਉਹਨਾਂ ਦੇ ਵੀ ਵਿਚਾਰ ਜਿਹੜੇ ਹਨ ਕਿਵੇਂ ਗੁਰਮਤਿ ਦੇ ਨਾਲ ਮੇਲ ਖਾਂਦੇ ਹਨ। ਔਰ ਇਸੇ ਕਰਕੇ ਇਹ ਇੱਕ ਗੁਰੂ ਗ੍ਰੰਥ ਸਾਹਿਬ ਗੁਲਦਸਤਾ ਬਣਿਆ ਕਿ ਜਿਹਦੇ ਅੰਦਰ ਬਾਬਾ ਫਰੀਦ ਜੀ, ਭਗਤ ਫਰੀਦ ਜੀ ਔਰ ਭਗਤ ਨਾਮਦੇਵ ਜੀ, ਕਬੀਰ ਜੀ, ਨਾਮਦੇਵ ਜੀ, ਇਸ ਤਰ੍ਹਾਂ ਹੋਰ ਜਿਹੜੇ ਭਗਤ ਹਨ ਉਹਨਾਂ ਸਾਰਿਆਂ ਦੀ ਬਾਣੀ ਸ਼ਾਮਲ ਕਰਕੇ ਗੁਲਦਸਤਾ ਬਣਿਆ। ਤੇ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਬਾਬਾ ਫਰੀਦ ਜੀ ਹੀ ਗੁਰਮਤਿ ਕਾਵਿ ਦੇ ਮੋਢੀ ਸਨ। ਆਸ ਹੈ ਜਿਨ੍ਹਾਂ ਵੀਰਾਂ ਨੇ ਸਵਾਲ ਦਿੱਤਾ ਹੈ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ। ਹੋਰ ਵੀ ਅਗਰ ਕੋਈ ਵੀਰ ਇਹਦੇ 'ਚ ਵਾਧਾ ਕਰਨਾ ਚਾਹੇ ਤਾਂ ਬੜੀ ਖੁਸ਼ੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਤੇਜਿੰਦਰ ਸਿੰਘ ਨੇ ਬੜੀ ਖੋਜ ਦੇ ਨਾਲ ਸਾਨੂੰ ਫੈਕਟਸ ਦੇ ਨਾਲ ਦੱਸਿਆ ਕਿ ਕਿਤਨਾ ਪੁਰਾਣਾ ਇਹ ਕਾਵਿ ਹੈ ਔਰ ਗੁਰਮਤਿ ਕਾਵਿ ਦੇ ਮੋਢੀ ਬਾਬਾ ਫਰੀਦ ਜੀ ਨੇ। ਔਰ ਸਾਧ ਸੰਗਤ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਏਡਾ ਅਮੀਰ ਵਿਰਸਾ ਹੈ। ਇਹਨੂੰ ਇਤਿਹਾਸਕ ਪੱਖੋਂ ਕਹੋ, ਸਾਹਿਤਕ ਪੱਖੋਂ ਕਹੋ ਜਾਂ ਅਧਿਆਤਮਕ ਪੱਖੋਂ ਕਹੋ, ਇਹ ਸਾਰਿਆਂ ਪੱਖੋਂ ਦੇ ਬਹੁਤ ਅਮੀਰ ਵਿਰਸੇ ਦੇ ਅਸੀਂ ਮਾਲਕ ਹਾਂ। ਲੋੜ ਹੈ ਆਪਣੇ ਅੰਦਰ ਝਾਤੀ ਮਾਰਨ ਦੀ ਵੀ ਆਇਆ ਇਸ ਵਿਰਸੇ ਜਿਸ ਵਿਰਸੇ ਦੇ ਅਸੀਂ ਮਾਲਕ ਹਾਂ, ਆਇਆ ਉਹਨੂੰ ਅਸੀਂ ਪੂਰੀ ਤਰ੍ਹਾਂ ਸਮਝ ਪਾਏ ਔਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਢੁਕਾ ਰਹੇ ਹਾਂ। ਨਹੀਂ ਢੁਕਾ ਰਹੇ ਤਾਂ ਇਹ ਮਨੁੱਖਾ ਜਨਮ ਸਾਡਾ ਜਿਹੜਾ ਹੈ ਅਜਾਈ ਜਾਏਗਾ ਔਰ ਫਿਰ ਬੜਾ ਪਛਤਾਵਾ ਹੋਏਗਾ ਕਿ ਏਡੇ ਵੱਡੇ ਖਜ਼ਾਨੇ ਦੇ ਮਾਲਕ ਹੁੰਦਿਆਂ ਵੀ ਅਸੀਂ ਕਿਉਂ ਇਸ ਤਰ੍ਹਾਂ ਭੁੱਖੇ ਤੁਰ ਗਏ। ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰਾਂ ਦੀ ਜਿਹੜੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਮਹਾਂਪੁਰਖਾਂ ਦੀ, ਉਹ ਸਾਨੂੰ ਇੱਕ ਇੱਕ ਪਲ ਤੇ ਇੱਕ ਇੱਕ ਪੈਰ ਤੇ ਅਗਵਾਈ ਕਰਦੀ ਹੈ। ਲੋੜ ਹੈ ਉਹਨੂੰ ਸਮਝਣ ਦੀ ਔਰ ਉਹਦੇ ਮਗਰ ਲੱਗ ਕੇ ਚੱਲਣ ਦੀ। ਧੰਨਵਾਦ ਵੀਰ ਤੇਜਿੰਦਰ ਸਿੰਘ ਜੀ ਦਾ। ਤੋ ਆਓ ਸਾਧ ਸੰਗਤ ਅਗਲਾ ਹੋਰ ਸਵਾਲ ਲੈਂਦੇ ਹਾਂ। ਤੇ ਅਸਲ 'ਚ ਜਿਹੜੀ ਗੱਲਾਂ ਆਮ ਚਲਦੀਆਂ ਹੋਣ ਉਹ ਠੀਕ ਹੈ, ਜਦ ਵੀ ਕੋਈ ਨਵੀਂ ਗੱਲ ਹੋ ਜਾਏ ਨਾ ਤਾਂ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਇਹ ਸ਼ਾਇਦ ਸਾਡੀ ਕੋਈ ਮਨੋਦਸ਼ਾ ਮਨੋਵਿਗਿਆਨਿਕ ਤੌਰ ਤੇ ਐਸੀ ਹੈ ਕਿ ਜਿਸ ਵੇਲੇ ਅਸੀਂ ਕੋਈ ਆਮ ਚੀਜ਼ ਨਾ ਦੇਖੀਏ, ਖਾਸ ਦੇਖੀਏ, ਉਸ ਤੋਂ ਬੜੇ ਪ੍ਰਭਾਵਿਤ ਹੁੰਦੇ ਹਾਂ। ਤੋ ਉਹ ਜਿਹੜੀ ਖਾਸ ਚੀਜ਼ ਹੈ ਉਹਨੂੰ ਕਈ ਵਾਰੀ ਨਾਂ ਕਰਾਮਾਤ ਦਾ ਦਿੱਤਾ ਜਾਂਦਾ ਹੈ ਵੀ ਇਹ ਤਾਂ ਕਰਾਮਾਤ ਹੀ ਹੋ ਗਈ ਜੀ। ਤੋ ਕਰਾਮਾਤ ਕੀ ਹੈ ਔਰ ਸਿੱਖ ਧਰਮ ਵਿੱਚ ਕਰਾਮਾਤ ਦੀ ਆਇਆ ਕੋਈ ਸਥਾਨ ਹੈ ਜਾਂ ਨਹੀਂ ਹੈ, ਇਹ ਸਾਨੂੰ ਸਵਾਲ ਆਇਆ ਸਰ ਰਜਿੰਦਰ ਸਿੰਘ ਜੀ ਤੋਂ US ਤੋਂ। ਉਹਨਾਂ ਦਾ ਇਹ ਸਵਾਲ ਹੈ ਤੇ ਮੈਂ ਬੇਨਤੀ ਕਰ ਰਿਹਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ
ਵੀ ਉਹ ਦੱਸਣ ਵੀ ਕਰਾਮਾਤ ਕੀ ਹੁੰਦੀ ਹੈ ਔਰ ਸਿੱਖ ਮਤ ਵਿੱਚ ਕਰਾਮਾਤ ਦੀ ਕੀ ਮਹੱਤਤਾ ਹੈ। ਹਾਂਜੀ ਪ੍ਰਿੰਸੀਪਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਮਤਿ ਕਲਾਸ ਵਿੱਚ ਸ਼ਾਮਲ ਸਾਰੇ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ। ਗੁਰਮਤਿ ਅਤੇ ਕਰਾਮਾਤ ਇਹ ਸਵਾਲ ਆਮ ਸਿੱਖਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਆਓ ਇਸ ਗੱਲ ਬਾਰੇ ਵਿਦਵਾਨਾਂ ਦੇ ਲਿਖੇ ਹੋਏ ਵਿਚਾਰ ਜਾਣੀਏ। ਪਹਿਲਾਂ ਇਹ ਕਰਾਮਾਤ ਹੈ ਕੀ ਹੈ। ਗੁਰੂ ਗ੍ਰੰਥ ਸੰਕੇਤ ਕੋਸ਼ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਲਿਖਿਆ ਗਿਆ ਹੈ, ਉਹਦੇ 105 ਪੰਨੇ ਉੱਤੇ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਲਿਖਦੇ ਹਨ ਕਿ ਕਰਾਮਾਤ ਅਰਬੀ ਭਾਸ਼ਾ। ਆਵਾਜ਼ ਬੰਦ ਹੋ ਗਈ ਜੀ, ਅਨਮਿਊਟ ਕਰ ਲਓ ਜੀ। ਪ੍ਰਿੰਸੀਪਲ ਸਾਹਿਬ ਅਨਮਿਊਟ ਕਰ ਲਓ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ, ਅਨਮਿਊਟ ਕਰ ਲਓ। प्रिंसिपल आवाज फिर बंद हो गई। हाँ जी। गुरु ग्रंथ संकेत कोश दे पन्ना 105 ते प्रोफैसर प्यारा सिंह जी पदम ने करामत लफ्ज वरत्या है करामात वास्ते ते नाल ही लिखिया है ਇਹਦਾ ਫਿਰ ਪੈਗੰਬਰ ਜਾਂ ਅਵਤਾਰਾਂ ਦੀ ਪਹਿਲੀ ਨਿਸ਼ਾਨੀ ਕਰਾਮਾਤੀ ਹੋਣਾ ਜ਼ਰੂਰੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਧ ਨਾਥ ਜੋਗੀ ਵੀ ਰਿੱਧੀਆਂ ਸਿੱਧੀਆਂ ਨੌਨਿਧਾਂ ਜਾਂ ਕਰਾਮਾਤਾਂ ਨੂੰ ਪ੍ਰਾਪਤ ਕਰਨ ਵਿੱਚ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਗੁਰਮਤਿ ਵਿੱਚ ਕਰਾਮਾਤ ਨੂੰ ਕੋਈ ਵਿਸ਼ੇਸ਼ ਮਹੱਤਤਾ ਨਹੀਂ ਦਿੱਤੀ ਗਈ। ਇਹ ਯਾਦ ਰੱਖਣਾ, ਜਿੱਥੇ ਦੂਜੇ ਧਰਮਾਂ ਵਿੱਚ ਕਰਾਮਾਤਾਂ ਦੀ ਵਿਸ਼ੇਸ਼ ਮਹੱਤਤਾ ਹੈ, ਉੱਥੇ ਗੁਰਮਤਿ ਕਰਾਮਾਤਾਂ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਹਾਂ, ਗੁਰਬਾਣੀ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਕਰਾਮਾਤ ਦੀ ਹੋਂਦ ਤਾਂ ਮੰਨੀ ਹੈ, ਪਰ ਆਪਣੇ ਤੇ ਆਈ ਵਿਪਤਾ ਨੂੰ ਟਾਲਣ ਲਈ ਜਾਂ ਕਿਸੇ ਦੂਜੇ ਉੱਤੇ ਧੌਂਸ ਜਮਾਉਣ ਲਈ ਕਰਾਮਾਤਾਂ ਦਾ ਸਹਾਰਾ ਲੈਣਾ ਬਿਲਕੁਲ ਗਲਤ ਗਰਦਾਨਿਆ ਗਿਆ ਹੈ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਕਰਾਮਾਤਾਂ ਦੀ ਹੋਂਦ ਨੂੰ ਦਰਸਾਉਂਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਰਾਗ ਮਾਝ ਵਿੱਚ ਪੰਨਾ 147 ਤੇ ਦਰਜ ਹੈ। ਪਹਿਰਾਂ ਅਗਨ ਹਿਵੈ ਘਰ ਬਾਂਧਾ ਭੋਜਨ ਸਾਰ ਕਰਾਈ, ਕਿ ਜੇ ਮੈਂ ਇਤਨਾ ਕਰਾਮਾਤੀ ਵੀ ਹੋ ਜਾਵਾਂ, ਅੱਗ ਦੇ ਕੱਪੜੇ ਪਹਿਨ ਲਵਾਂ, ਬਰਫ਼ ਵਿੱਚ ਜਾ ਕੇ ਮੈਂ ਘਰ ਬਣਾ ਲਵਾਂ ਤੇ ਭੋਜਨ ਦੀ ਥਾਂ ਤੇ ਲੋਹਾ ਖਾਣਾ ਸ਼ੁਰੂ ਕਰ ਦੇਵਾਂ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹੱਕ ਚਲਾਈ, ਸਾਰੇ ਦੁੱਖਾਂ ਨੂੰ ਪਾਣੀ ਸਮਝ ਕੇ ਪੀ ਜਾਵਾਂ ਤੇ ਧਰਤੀ ਨੂੰ ਹੱਕ ਕੇ ਅੱਗੇ ਲਾ ਲਵਾਂ, ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ। ਭਾਵ ਤੱਕੜੀ ਦੇ ਇੱਕ ਪੱਲੇ ਵਿੱਚ ਰੱਖ ਕੇ ਧਰਤੀ ਤੇ ਆਕਾਸ਼ ਨੂੰ ਚਾਰ ਮਾਸੇ ਦਾ, ਚਾਰ ਛਟਾਂਗ ਦਾ ਬੱਟਾ ਰੱਖ ਕੇ ਤੋਲ ਦੇਵਾਂ, ਫਿਰ ਏਵਡ ਵਧਾਂ, ਆਪਣੇ ਕੱਦ ਨੂੰ ਇਤਨਾ ਵਧਾ ਲਵਾਂ ਕਿ ਧਰਤੀ ਤੇ ਆਕਾਸ਼ ਦੇ ਵਿੱਚ ਸਮਾਵਾਂ ਨਹੀਂ। ਮਾਵਾ ਨਹੀਂ ਦਾ ਮਤਲਬ ਮੈਂ ਸਮਾ ਨਾ ਸਕਾਂ, ਐਡਾ ਉੱਚਾ ਕੱਦ ਹੋ ਜਾਵੇ। ਸਭ ਸੈ ਨੱਥ ਚਲਾਈ, ਉਹ ਸਾਰਿਆਂ ਦੇ ਨੱਕ ਵਿੱਚ ਨਕੇਲ ਪਾ ਕੇ ਮੈਂ ਧੱਕ ਦੇਵਾਂ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਵੀ ਆਖ ਕਰਾਈ, ਮੇਰੇ 'ਚ ਇੰਨੀ ਤਾਕਤ ਆ ਜਾਵੇ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਜੋ ਚਾਹਾਂ ਕਰਾਂ ਤੇ ਲੋਕਾਂ ਤੋਂ ਕਰਾਵਾਂ। ਪਰ ਫਿਰ ਵੀ ਜੀਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜ਼ਾਈ। ਵੀ ਜਿਤਨਾ ਵੱਡਾ ਉਹ ਸਾਹਿਬ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਉਹਦੀਆਂ ਦਾਤਾਂ ਅੱਗੇ ਤੋਂ ਅੱਗੇ ਹਨ, ਜੋ ਆਪਣੇ ਹੁਕਮ ਦੇ ਵਿੱਚ ਦੇ ਦੇ ਕੇ ਜੇ ਉਹ ਰਜਾ ਵਿੱਚ ਰੱਖ ਲਵੇ। ਅੰਤਲੀ ਗੱਲ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਇਹ ਸਾਰੀਆਂ ਕਰਾਮਾਤਾਂ ਤੋਂ ਵੱਡੀ ਕਰਾਮਾਤ ਤਾਂ ਇਹ ਹੈ ਕਿ ਜਿਸ ਨੂੰ ਆਪਣੇ ਨਾਮ ਦੀ, ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ ਦਿੰਦਾ ਹੈ। ਤੇ ਸਭ ਤੋਂ ਵੱਡੀ ਇਹੀ ਬਖਸ਼ਿਸ਼ ਅਕਾਲ ਪੁਰਖ ਦੀ ਹੁੰਦੀ ਹੈ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ,
ਤਿਗ ਸਿੱਜੀ ਤੇ ਕਰਾਮਾਤ, ਸਾਧ ਸਿੱਧ ਸਾ ਕਰਾਮਾਤ ਆ ਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖਾਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਾਮਾਤ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੰਨਾ 650 ਤੇ ਇਹ ਪਾਵਨ ਬਚਨ ਦਰਜ ਕਰਕੇ ਕਿਹਾ ਹੈ ਕਿ ਜੇ ਕਿਸੇ ਨੂੰ 1000 ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਤਾਂ ਤਿਗ ਸ਼ਬਦ ਵਰਤਿਆ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਵਿਸਰ ਗਿਆ, ਮਾਨਵਤਾ ਦੀ ਸੇਵਾ ਭੁੱਲ ਗਈ, ਸਮਾਜ ਦੇ ਉੱਤੇ ਭਾਰ ਬਣ ਗਿਆ, ਕਰਾਮਾਤੀ ਬਣ ਕੇ ਘੁੰਮਦਾ ਰਿਹਾ, ਤਾਂ ਫਿਰ ਅਜਿਹੀ ਕਿਸੇ ਵੀ ਸ਼ਕਤੀ ਨੂੰ ਤਿਰਕਾਰ ਹੈ, 1000 ਵਾਰੀ ਫਿਟਕਾਰ ਹੈ। ਕਿਉਂਕਿ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਆਏ। ਅਨੇਕਾਂ ਐਸੇ ਪ੍ਰਮਾਣ ਸਾਨੂੰ ਬਾਣੀ ਦੇ ਵਿੱਚ ਮਿਲ ਜਾਂਦੇ ਹਨ ਜਿੱਥੇ ਕਰਾਮਾਤਾਂ ਦੀ ਹੋਂਦ ਨੂੰ ਤਾਂ ਮੰਨਿਆ ਹੈ, ਪਰ ਉਹਨਾਂ ਦੀ ਵਰਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਤੰਤ ਮੰਤ ਰਸਾਇਣ ਕਰਾਮਾਤ ਕਾਲਕ ਲਪਟਾਏ। ਇਹ ਸਾਰੇ ਕਾਲਖ ਦੀ ਲਿਆਈਆਂ, ਕਲੰਕ ਦੀ ਨਹੀਂ ਆਈਆਂ। ਤੇ ਇੱਕ ਸਟੇਬੋ ਰੂਪ ਕਰ ਰੂਪ ਕਰੂਪੀ ਘਣੇ ਦਿਖਾਏ, ਕਲਯੁਗ ਅੰਦਰ ਭਰਮ ਭੁਲਾਏ, ਕਰਾਮਾਤਾਂ ਵਿੱਚ ਸਹਾਰਾ, ਕਰਾਮਾਤਾਂ ਦਾ ਓਟ ਆਸਰਾ ਤੱਕਣ ਵਾਲੇ ਬਸ ਕੇਵਲ ਭਰਮਾਂ ਤੱਕ ਹੀ ਸੀਮਤ ਰਹਿ ਕੇ ਆਪਣੀ ਜ਼ਿੰਦਗੀ ਦਾ ਲਕਸ਼ ਵੀ ਭੁੱਲ ਜਾਂਦੇ ਨੇ, ਇਹ ਜ਼ਿੰਦਗੀ ਵੀ ਅਜਾਈ ਗਵਾ ਲੈਂਦੇ ਨੇ। ਜੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਹਰ ਧਰਮ ਦੇ ਵਿੱਚ ਸਾਨੂੰ ਐਸੀਆਂ ਕਰਾਮਾਤਾਂ ਦਾ ਸਹਾਰਾ ਲੈਣ ਵਾਲੇ ਲੋਕਾਂ ਦੀ ਦੁਰਗਤੀ ਹੁੰਦੀ ਦਿਖੇਗੀ। ਸਭ ਤੋਂ ਪਹਿਲਾਂ ਬਾਬਰ ਦੇ ਹਮਲੇ ਸਮੇਂ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਅਹਿਮਦਾਬਾਦ ਦੀ ਧਰਤੀ ਤੇ ਰਾਜਨੀਤਿਕ ਲੋਕਾਂ ਨੂੰ ਕਿਹਾ ਵੀ ਤਿਆਰ ਹੋ ਜਾਓ, ਕਿਉਂਕਿ ਉਹ ਚੜ੍ਹ ਕੇ ਆ ਰਿਹਾ ਹੈ ਬਾਬਰ ਜਾਬਰ, ਉਹਦਾ ਮੁਕਾਬਲਾ ਨਹੀਂ ਤੁਸੀਂ ਕਰ ਸਕਣਾ। ਪਰ ਸੱਚੇ ਪਾਤਸ਼ਾਹ ਕਹਿੰਦੇ ਅਫਸੋਸ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚ ਆਏ, ਬਾਬਰ ਬਾਣੀ ਫਿਰ ਗਈ, ਫਿਰ ਕੋਇਰ ਨਾ ਰੋਟੀ ਖਾਏ, ਕੋਇਰ ਨਾ ਰੋਟੀ ਖਾਏ, ਤੇ ਸ਼ਹਿਜ਼ਾਦਿਆਂ ਨੂੰ ਵੀ ਟੁਕੜਿਆਂ ਦੇ ਲਈ ਭਟਕਣਾ ਪਿਆ। ਸੱਚੇ ਪਾਤਸ਼ਾਹ ਨੇ ਧਾਰਮਿਕ ਆਗੂਆਂ ਨੂੰ, ਪਹਿਲਾਂ ਹਿੰਦੂ ਧਾਰਮਿਕ ਆਗੂ ਪੰਡਤ ਸੀ, ਉਹਨਾਂ ਨੂੰ ਕਿਹਾ ਪੰਡਤ ਜੀ ਕੋਈ ਉਦਮ ਕਰੋ, ਤੁਹਾਡੇ ਚੇਲਿਆਂ ਤੇ ਭੀੜ ਬਣਨ ਵਾਲੀ ਤੁਹਾਡੇ ਤੇ ਬਣਨ ਵਾਲੀ ਹੈ। ਤੇ ਅੱਗੇ ਕਾਜ਼ੀਆਂ, ਮੁਲਾਣਿਆਂ, ਜੋਗੀਆਂ ਨੇ ਸਾਰਿਆਂ ਨੇ ਇੱਕੋ ਗੱਲ ਕਹਿ ਦਿੱਤੀ, ਸੱਚੇ ਪਾਤਸ਼ਾਹ ਕੋਈ ਚਿੰਤਾ ਨਾ ਕਰੋ, ਅਸੀਂ ਐਸੇ ਮੰਤਰ ਪੜਾਂਗੇ ਕਿ ਜ਼ਾਲਮਨਾ ਹੋ ਜਾਏਗਾ। ਦੂਜਿਆਂ ਨੂੰ ਕਿਹਾ, ਕਹਿੰਦੇ ਜੀ ਐਸੇ ਮੰਤਰ ਪੜਾਂਗੇ, ਕਲਮਾ ਪੜਾਂਗੇ ਕਿ ਤੋਪਾਂ ਦੇ ਮੂੰਹ ਬੰਦ ਦਿੱਤੇ ਜਾਣਗੇ। ਤੇ ਵਹਿਮੀ ਭਰਮੀ ਐਸ਼ੋ ਇਸ਼ਰਤ ਵਿੱਚ ਪਏ ਰਾਜੇ ਮਹਾਰਾਜਿਆਂ ਨੇ ਵੀ ਕੀ ਕੀਤਾ? ਸੱਚੇ ਪਾਤਸ਼ਾਹ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਕਿੱਡੀ ਵੱਡੀ ਬੇਵਕੂਫੀ ਸੀ। ਇੱਕ ਪਾਸੇ ਤਕੜੀ ਫੌਜ, ਹਥਿਆਰਬੰਦ ਫੌਜ ਦਾ ਮੁਕਾਬਲਾ ਕਰਨ ਲਈ ਸਾਧ ਸੰਤ ਇਕੱਠੇ ਕਰ ਲਏ, ਜੇਲ੍ਹਾਂ ਵਿੱਚ ਬੰਦ ਕਰਕੇ ਰੱਖ ਲਏ। ਜਦੋਂ ਬਾਦਸ਼ਾਹ ਆਏਗਾ ਇਹਨਾਂ ਨੂੰ ਮੰਤਰ ਪੜਨ ਲਈ ਲਾ ਦਾਂਗੇ, ਇਹ ਕਲਮੇ ਪੜਨਗੇ ਤੇ ਆਪਣੇ ਆਪ ਅੰਨੇ ਹੋ ਜਾਣਗੇ। ਹੋਇਆ ਕਿ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਤਾਨ ਮੁਕਾਮ ਜਲੇ ਵਿੱਚ ਮੰਦਰ, ਮੁਛ ਮੁਛ ਕੋਈ ਰੁਲਾਇਆ, ਕੋਈ ਰੁਲਾਇਆ, ਕੋਈ ਮੁਗਲ ਨਾ ਹੁਆ ਅੰਧਾ, ਕਿਨੇ ਨਾ ਪਰਚਾ ਲਾਇਆ। ਸਤਿਗੁਰੂ ਨੇ ਇਤਿਹਾਸ ਘਟਨਾ ਦੇ ਕੇ ਸਾਨੂੰ ਦੱਸਿਆ, ਭਾਈ ਇਹ ਕਰਾਮਾਤਾਂ ਦੇ ਸਹਾਰੇ ਰਹਿਣ ਵਾਲੇ ਹਮੇਸ਼ਾ ਹੀ ਮੂੰਹ ਦੀ ਖਾਂਦੇ ਨੇ। ਵੈਸੇ ਵੀ 712 ਈਸਵੀ ਵਿੱਚ ਪਹਿਲਾ ਹਮਲਾਵਰ ਹਿੰਦੁਸਤਾਨ ਤੇ ਕੇਵਲ 117 ਬੰਦਿਆਂ ਨਾਲ ਚੜ੍ਹ ਕੇ ਆਇਆ ਸੀ। ਸਿੰਧ ਦਾ ਮਹਾਰਾਜਾ ਭਾਰੀ ਲਾਓ ਲਸ਼ਕਰ ਦੇ ਹੁੰਦਿਆਂ ਹੋਇਆਂ ਵੀ ਉਹਦੇ ਰਾਜਾ ਸੰਸੀ ਦੇ ਕਿਲੇ ਵਿੱਚ ਦੇਵੀ ਦਾ ਮੰਦਿਰ ਕੋਈ ਤੋਪ ਦਾ ਗੋਲਾ ਵੱਜ ਕੇ ਡਿੱਗ ਗਿਆ। ਝੰਡਾ ਜਿਹੜਾ ਸੀ ਦੇਵੀ ਦਾ, ਤੇ ਪੰਡਤਾਂ ਨੇ ਗੱਲ ਫੈਲਾ ਦਿੱਤੀ ਹੁਣ ਦੇਵੀ ਮਾਤਾ ਇੱਥੋਂ ਚਲੀ ਗਈ ਤੇ ਕਰਾਮਾਤਾਂ ਵੀ ਲੈ ਗਏ। ਰਾਜਪੂਤਾਂ ਨੇ ਲੜਨਾ ਛੱਡ ਦਿੱਤਾ ਔਰ ਭੱਜ ਗਏ ਮੈਦਾਨ ਦੇ ਵਿੱਚੋਂ ਕਿ ਦੇਵੀ ਮਾਤਾ ਜਾ ਚੁੱਕੀ, ਹੁਣ ਕਰਾਮਾਤ ਸਾਡੇ ਕੋਲ ਨਹੀਂ ਰਹੀ। ਹੋਇਆ ਕਿ ਉਹ ਹੀ ਮੁਹੰਮਦ ਬਿਨ ਕਾਸਿਮ ਜਿਹੜਾ 117 ਬੰਦੇ ਲੈ ਕੇ ਆਇਆ ਸੀ, ਕਰੋੜਾਂ ਅਰਬਾਂ ਖਰਬਾਂ ਦਾ ਸੋਨਾ ਚਾਂਦੀ ਲੁੱਟ ਕੇ ਨਾਲ ਹੀ 40,000 ਸੁੰਦਰ ਲੜਕੀਆਂ ਨੂੰ ਕੈਦ ਕਰਕੇ ਲੈ ਗਿਆ। ਗਜਨੀ ਤੇ ਬਗਦਾਦ ਦੇ ਵਿੱਚ ਟਕੇ ਟਕੇ ਨੂੰ ਵੇਚੀਆਂ, ਜਦ ਕਿ ਲਵ ਲਸ਼ਕਰ ਹੁੰਦਿਆਂ ਹੋਇਆਂ ਇਹ ਕਰਾਮਾਤਾਂ ਦੇ ਸਹਾਰੇ ਤੱਕਣ ਵਾਲਿਆਂ ਨੂੰ ਐਸੀ ਮੂੰਹ ਦੀ ਖਾਣੀ ਪਈ। ਦੂਜੀ ਉਦਾਹਰਨ ਮਹਿਮੂਦ ਗਜ਼ਨਵੀ 11ਵੀਂ ਸਦੀ ਦੇ ਵਿੱਚ ਆਇਆ ਹੈ ਤੇ ਸੋਮਨਾਥ ਦੇ ਮੰਦਿਰ ਤੇ ਹਮਲਾ ਕੀਤਾ। ਬੜੇ ਬੜੇ ਰਾਜੇ ਮਹਾਰਾਜੇ ਉੱਥੇ ਇਕੱਠੇ ਹੋਏ ਆਪਣੀਆਂ ਫੌਜਾਂ ਦੇ ਲੈ ਕੇ ਕਿ ਵਿਸ਼ਵਨਾਥ ਜੀ ਦੀ ਜਿਹੜੀ ਹੈ ਜਾਹੋ ਜਲਾਲ ਕਾਇਮ ਰੱਖਿਆ ਜਾਏਗਾ, ਮਰ ਮਿਟਾਂਗੇ। ਪਰ ਜਦੋਂ ਪੰਡਤਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ, ਐਸ਼ ਕਰੋ, ਅਸੀਂ ਵਿਸ਼ਵਨਾਥ ਜੀ ਨੂੰ ਖੁਸ਼ ਕਰਨ ਦੇ ਲਈ ਦੇਵਦਾਸੀਆਂ ਹਜ਼ਾਰਾਂ ਦੀ ਗਿਣਤੀ ਵਿੱਚ
ਢੋਲਕ ਛੈਣੇ ਸੰਖ ਵਜਾ ਵਜਾ ਕੇ ਜਦੋਂ ਤੀਜਾ ਨੇਤਰ ਖੁੱਲ ਗਿਆ ਵਿਸ਼ਵਨਾਥ ਜੀ ਦਾ, ਤੇ ਉਹ ਆਪੇ ਹੀ ਅੰਨੇ ਹੋ ਜਾਣਗੇ, ਫੌਜ ਭੱਜ ਜਾਏਗੀ ਤੇ ਅਸੀਂ ਰੱਖਿਆ ਕਰਨ ਵਿੱਚ ਸਮਰੱਥ ਹੋਵਾਂਗੇ। ਹਜ਼ਾਰਾਂ ਸਿਪਾਹੀਆਂ ਤੇ ਸ਼ਸਤਰਧਾਰੀ ਯੋਧਿਆਂ ਦੇ ਹੋਣ ਦੇ ਬਾਵਜੂਦ ਇਹ ਪੰਡਤ ਲੋਕ ਜਿਹੜੇ ਉਹ ਨੱਚਦੇ ਰਹੇ। ਵਿਸ਼ਵਨਾਥ ਜੀ ਦੀਆਂ ਤੀਜਾ ਨੇਤਰ ਤਾਂ ਨਾ ਖੁੱਲਿਆ, ਪਰ ਮਹਿਮੂਦ ਗਜ਼ਨਵੀ ਦੀਆਂ ਛੈਣੀਆਂ ਹਥੋੜਿਆਂ ਨੇ ਉਹਨਾਂ ਦਾ ਪੇਟ ਖੋਲ ਦਿੱਤਾ, ਜਿਹਦੇ ਚ ਅਰਬਾਂ ਖਰਬਾਂ ਦੇ ਹੀਰੇ ਜਵਾਹਰਾਤ ਲੁੱਟ ਕੇ ਉਹ ਚਲਾ ਗਿਆ। ਕੇਵਲ ਹਿੰਦੁਸਤਾਨੀ ਲੋਕ ਹੀ ਨਹੀਂ ਐਸੇ ਸਨ, ਈਸਾਈਆਂ ਦੇ ਇਤਿਹਾਸ ਵਿੱਚ ਵੀ 11ਵੀਂ ਤੇ 13ਵੀਂ ਸਦੀ ਵਿੱਚ ਸਲੀਬੀ ਜੰਗਾਂ ਜਿਹੜੀਆਂ ਲੜੀਆਂ ਗਈਆਂ, ਉਹ ਕਰਮ ਕਾਂਡਾਂ ਦੇ ਸਹਾਰੇ ਲੜਨ ਵਾਲਿਆਂ ਦਾ ਮੰਦਾ ਹਾਲ ਸਨ 1202 ਈਸਵੀ ਵਿੱਚ ਯਰੂਸ਼ਲਮ ਤੇ ਕਬਜ਼ਾ ਕਰਨ ਲਈ ਨਿਕੋਲਸ ਪਾਦਰੀ ਕਰਾਮਾਤਾਂ ਦੇ ਸਹਾਰੇ ਸਮੁੰਦਰ ਤੋਂ ਪਾਰ ਪੁੱਜਣ ਦਾ ਬਹਿਕਾਵਾ ਦੇ ਕੇ 50,000 ਸ਼ਰਧਾਲੂਆਂ ਨੂੰ ਇਕੱਠੇ ਕਰ ਲਿਆ ਤੇ ਸਮੁੰਦਰ ਤੱਕ ਪਹੁੰਚਦੇ ਪਹੁੰਚਦੇ 30,000 ਤਾਂ ਰਸਤੇ ਵਿੱਚ ਹੀ ਮਰ ਗਏ ਤੇ ਕਈ ਦਿਨ ਭੁੱਖੇ ਭਾਣੇ ਸ਼ਰਧਾਲੂ ਸਮੁੰਦਰ ਦੇ ਕੰਢੇ ਤੇ ਬੈਠੇ ਰਹੇ ਕਿ ਕੋਈ ਮੌਜਜ਼ਾ ਹੋਏਗਾ, ਕਰਾਮਾਤ ਹੋਏਗੀ। ਅੰਤ ਇੱਕ ਦਿਨ ਕਰਾਮਾਤ ਹੋਈ। ਅਚਨਚੇਤ 7 ਸਮੁੰਦਰੀ ਜਹਾਜ਼ ਆਏ, ਉਹਨਾਂ ਸਾਰਿਆਂ ਨੂੰ ਉਹਦੇ ਵਿੱਚ ਚੜਾ ਲਿਆ ਗਿਆ। ਪਰ ਰਸਤੇ ਵਿੱਚ ਤੂਫਾਨ ਆਇਆ। ਇਹ ਕਰਾਮਾਤਾਂ ਦੇ ਸਹਾਰੇ ਰਹਿਣ ਵਾਲੇ ਹਜ਼ਾਰਾਂ ਹੀ ਬੰਦੇ ਜਿਹੜੇ ਸਨ ਉਹ ਸਮੁੰਦਰੀ ਜਹਾਜ਼ ਦੇ ਵਿੱਚ ਡੁੱਬ ਗਏ ਤੇ ਜਿਹੜੇ ਜਾ ਕੇ ਮਿਸਰ ਦੇ ਕੰਢਿਆਂ ਤੇ ਲੱਗੇ ਉਹ ਉਹਨਾਂ ਡਾਕੂਆਂ ਨੇ ਜਾ ਕੇ ਫਿਰ ਫੜ ਲਏ। ਦਰਅਸਲ ਉਹ ਡਾਕੂਆਂ ਦੇ ਜਹਾਜ਼ ਸੀ ਜਿਨ੍ਹਾਂ ਨੂੰ ਉਹ ਕਰਾਮਾਤ ਸਮਝ ਕੇ ਚੱਲ ਰਹੇ ਸਨ, ਜੋ ਬੰਦਿਆਂ ਦਾ ਵਪਾਰ ਕਰਦੇ ਸੀ, ਸਾਰਿਆਂ ਨੂੰ ਗੁਲਾਮ ਬਣਾ ਕੇ ਵੇਚ ਦਿੱਤਾ। ਇਹ ਹਾਲ ਹੁੰਦਾ ਹੈ ਜਿਹੜੇ ਕਰਾਮਾਤਾਂ ਦੇ ਸਹਾਰੇ ਕੁਛ ਪ੍ਰਾਪਤ ਕਰਨਾ ਚਾਹੁੰਦੇ ਨੇ। ਇਹੋ ਹੀ ਕਾਰਨ ਸੀ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ, ਆਪਣੇ ਸਿਧਾਂਤਾਂ, ਆਪਣੇ ਜੀਵਨ ਇਤਿਹਾਸ ਦੇ ਵਿੱਚ ਇਹਨਾਂ ਕਰਾਮਾਤਾਂ ਦੇ ਸਹਾਰੇ ਰਹਿਣ ਵਾਲਿਆਂ ਨੂੰ ਝੰਜੋੜ ਕੇ ਜਗਾਇਆ ਔਰ ਆਹ ਇਸ਼ਾਰੇ ਦੇ ਕੇ ਕਿ ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ, ਸਾਡਾ ਮਾਰਗ ਦਰਸ਼ਨ ਕੀਤਾ ਹੈ। ਇਸ ਲਈ ਗੁਰਬਾਣੀ ਵਿੱਚ ਦਰਜ ਮਹਾਂਪੁਰਸ਼ਾਂ ਨਾਲ ਕੋਈ ਸੰਬੰਧਿਤ ਕਰਾਮਾਤਾਂ ਦਾ ਜ਼ਿਕਰ ਵੀ ਆਇਆ ਹੈ, ਪਰ ਇਹ ਗੱਲ ਚੇਤੇ ਰੱਖਣ ਵਾਲੀ ਕਿ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਜਦੋਂ ਆਤਮਾ ਤੇ ਪ੍ਰਮਾਤਮਾ ਇੱਕ ਮਿਕਤਾ ਹਾਸਲ ਕਰ ਲੈਣ, ਭਾਵ ਹਰ ਕਾ ਸੇਵਕ ਜੋ ਹਰ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ। ਜਿਹੜੇ ਮਹਾਂਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਜਿਨ੍ਹਾਂ ਦੀ ਬਾਣੀ ਹੈ, ਉਹ 35 ਦੇ 35 ਮਹਾਂਪੁਰਸ਼ਾਂ ਨਾਲ ਜੇ ਕੋਈ ਤੇ ਨਾ ਕਿਤੇ ਸੰਬੰਧਿਤ ਕਰਾਮਾਤਾਂ ਹਨ, ਜਿਹਨੂੰ ਅਸੀਂ ਕਰਾਮਾਤ ਕਹਿ ਦਿੰਦੇ ਹਾਂ, ਤਾਂ ਇਹਨੂੰ ਕਰਾਮਾਤ ਨਹੀਂ ਕਹਿਣਾ। ਕਿਉਂਕਿ ਜਿਵੇਂ ਇੱਕ ਜਾਦੂਗਰ ਜਿਹੜਾ ਛੋਟੇ ਛੋਟੇ ਟ੍ਰਿਕ ਦੱਸ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਇੱਦਾਂ ਹੀ ਇਹ ਪਹਿਲੀ ਕੱਚੀ ਦੀਆਂ ਗੱਲਾਂ ਨੇ। ਪਰ ਗੁਰਮਤ ਇਨਸਾਨੀਅਤ ਨੂੰ ਬਹੁਤ ਉੱਚਾ ਲਿਜਾਣੀ ਚਾਹੁੰਦੀ ਸੀ। ਇਹ ਤਾਂ ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਪੈਜ ਰੱਖਣ ਦੇ ਲਈ ਜੋ ਉਸ ਵੇਲੇ ਪਰਮਾਤਮਾ ਨੇ ਕੁਛ ਕੀਤਾ, ਇਹ ਪਰਮਾਤਮਾ ਦੀ ਬਖਸ਼ਿਸ਼ ਸੀ। ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜਾ ਆਤਮਾ ਪਰਮਾਤਮਾ ਨਾਲ ਇੱਕ ਮਿਕਤਾ ਹੋ ਜਾਂਦੀ ਹੈ, ਦੁਨੀਆ ਦੀਆਂ ਸਾਰੀਆਂ ਜਿਹੜੀਆਂ ਸ਼ਕਤੀਆਂ, ਉਹਨਾਂ ਦੀ ਹਰ ਕਿਸਮ ਦੀ ਖਾਹਿਸ਼ ਪੂਰਨ ਕਰਨੀ, ਉਹ ਪਰਮਾਤਮਾ ਵਾਹਿਗੁਰੂ ਜੀ ਦਾ ਆਪਣਾ ਫਰਜ਼ ਬਣਦਾ ਹੈ। ਸਭ ਨਿਧਾਨ ਦਸ ਸਾਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਸਾਰੀਆਂ ਸ਼ਕਤੀਆਂ ਉਹਦੇ ਖੱਬੇ ਹੱਥ ਤੇ ਆ ਜਾਂਦੀਆਂ ਨੇ। ਜੋ ਪ੍ਰਮਾਤਮਾ ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੋਇਆ ਉਹਦਾ ਨਾਮ ਸਿਮਰਨ ਕਰਦਾ ਹੈ, ਉੱਚਾ ਸੁੱਚਾ ਜੀਵਨ ਜਿਉਂਦਾ ਹੈ ਤੇ ਮਾਨਵਤਾ ਦੀ ਸੇਵਾ ਦੇ ਲਈ ਤਤਪਰ ਰਹਿੰਦਾ ਹੈ। ਇਹੋ ਹੀ ਕਾਰਨ ਸੀ ਸਿੱਖ ਇਤਿਹਾਸ ਦੇ ਵਿੱਚ ਬੜੇ ਵਿਖੜੇ ਸਮੇਂ ਆਏ, ਕਦੇ ਕਰਾਮਾਤਾਂ ਦਾ ਸਹਾਰਾ ਨਹੀਂ ਲਿਆ। ਸਾਈਂ ਮੀਆਂ ਮੀਰ ਜੀ ਨੇ ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਪਾਤਸ਼ਾਹ ਨੂੰ ਆਖਿਆ ਸੀ, ਸੱਚੇ ਪਾਤਸ਼ਾਹ ਤੁਸੀਂ ਤਾਂ ਤਰਲੋਕੀ ਦੇ ਮਾਲਕ ਹੋ, ਕਿਉਂ ਨਹੀਂ ਦੁਸ਼ਟਾਂ ਦਾ ਨਾਸ਼ ਕਰ ਦਿੰਦੇ। ਗੁਰੂ ਅਰਜਨ ਪਾਤਸ਼ਾਹ ਨੇ ਕਿਹਾ, ਸਾਈਂ ਜੀ ਉਹ ਸਾਰੀਆਂ ਦਾਤਾਂ ਦੇਣ ਵਾਲਾ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਫਿਰ ਕਰਾਮਾਤਾਂ ਤਾਂ ਕਹਿਰ ਦਾ ਨਾਂ ਹੈ। ਇਹ ਵੀ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਅਨੋਖੀ ਕਰਾਮਾਤ ਹੋਵੇਗੀ ਕਿ ਉਹ ਲੋਕ ਜਿਹੜੇ ਡਰਦੇ, ਹਮ ਤੋਂ ਤੋਲਨ ਜਾਣੇ ਤਕੜੀ ਨੰਗੀ ਕਰਦ ਕਵੀ ਨੇ ਪਕੜੀ ਕਹਿੰਦੇ ਸਨ, ਉਹਨਾਂ ਦੇ ਵਿੱਚ ਇਹ ਸ਼ਕਤੀ ਭਰ ਦੇਣੀ ਕਿ ਉਹ ਲੋਕ ਬੰਦ ਕਟਾਉਣ ਦੇ ਲਈ, ਖੋਪਰੀਆਂ ਲਹਾਉਣ ਦੇ ਲਈ ਔਰ ਲਾ ਮਿਸਾਲ ਕਾਰਨਾਮੇ ਕਰਨ ਦੇ ਸਮਰੱਥ ਬਣਾ ਦਿੱਤੇ। ਨਹੀਂ ਤਾਂ
ਛੇਵੇਂ ਪਾਤਸ਼ਾਹ ਦੇ 2 ਸਾਹਿਬਜ਼ਾਦੇ ਸਿਰਫ ਕਰਾਮਾਤ ਦੱਸਣ ਕਰਕੇ ਉਹਨਾਂ ਨੂੰ ਸੰਸਾਰ ਚੋਂ ਜਾਣਾ ਪਿਆ। ਗੁਰੂ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤੇ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜਿਹਨੇ ਕਹਿੰਦੇ ਨੇ 52 ਜਾਂ 72 ਕਰਾਮਾਤਾਂ ਔਰੰਗਜ਼ੇਬ ਦੇ ਦਰਬਾਰ 'ਚ ਦੱਸੀਆਂ, ਪਰ ਅਸਲੀ ਸਭ ਤੋਂ ਵੱਡੀ ਕਰਾਮਾਤ ਸੀ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਰਾਈ। ਜਦੋਂ ਉੱਥੋਂ ਫੇਲ ਹੋ ਗਿਆ ਤੇ ਅੱਜ ਤੱਕ ਉਹਦੇ ਬਾਈਕਾਟ ਦਾ, ਰਾਮ ਰਾਈਆਂ ਦੇ ਬਾਈਕਾਟ ਦਾ ਸੱਦਾ 5 ਪਿਆਰੇ ਸਾਹਿਬਾਨ ਦਿੰਦੇ ਨੇ। 9ਵੇਂ ਪਾਤਸ਼ਾਹ ਨੂੰ ਕਿਹਾ ਸੀ ਜਾਂ ਕਰਾਮਾਤ ਦੱਸੋ ਤੇ ਜਾਂ ਧਰਮ ਤਬਦੀਲ ਕਰੋ ਜਾਂ ਜਾਨ ਬਚਾ ਲਓ। ਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਔਰੰਗਜ਼ੇਬ ਜਾਂ ਪੀਰ ਬਹਾਉਦੀਨ ਜੀ, ਇਹ ਗੱਲ ਯਾਦ ਰੱਖੋ ਕਿ ਕਰਾਮਾਤ ਕਹਿਰ ਦਾ ਨਾਂ ਹੈ, ਅਸੀਂ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। 10ਵੇਂ ਪਾਤਸ਼ਾਹ ਆਨੰਦਗੜ੍ਹ ਦੇ ਕਿਲੇ 'ਚ ਖੜੇ ਸਨ। ਸੈਦ ਖਾਨ ਨੂਰਪੁਰ ਬੇਦੀ ਵਿਖੇ ਬੈਠਾ ਹੋਇਆ ਤਾਸ਼ ਖੇਡ ਰਿਹਾ ਸੀ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀਸ ਲੈਣ ਨਜ਼ਰ ਆਇਆ, ਗੁਰੂ ਪਾਤਸ਼ਾਹ ਨੇ ਇੱਕ ਤੀਰ ਨਾਲ ਚਿੱਠੀ ਲਿਖੀ ਤੇ ਉਹ ਜਾ ਕੇ ਸਿੰਬਲ ਦੇ ਬੂਟੇ ਵਿੱਚ ਵੱਜੀ। ਚਿੱਠੀ ਉਤਾਰੀ, ਹੈਰਾਨ ਹੋ ਗਿਆ, ਕਹਿੰਦਾ ਗੁਰੂ ਕਰਾਮਾਤੀ ਜਾਂ ਨੁਕਰਾਹ ਕਰਦੀ ਦੂਜੀ ਚਿੱਠੀ ਗਈ ਹੈ ਜਿਹਦੇ ਨਾਲ ਚਿੱਠੀ ਸੀ, ਕਰਾਮਾਤ ਨਹੀਂ ਸਾਡਾ ਕਰਤੱਵ ਹੈ। ਤੇ ਫਿਰ ਮਨ 'ਚ ਸੋਚਿਆ ਜੇ ਗੁਰੂ ਇਤਨਾ ਹੀ ਮਹਾਨ ਹੈ ਤਾਂ ਮੇਰੇ ਨਾਲ ਇਕੱਲੇ ਨਾਲ ਲੜੇ। ਸੋਚਦਾ ਆ ਰਿਹਾ, ਘਟ ਕੇ ਅੰਤਰ ਕੀ ਜਾਨ ਦਸ਼ਮੇਸ਼ ਪਿਤਾ ਜੀ ਫੌਜਾਂ ਨੂੰ ਪਿਛਾਂ ਹਟਾ ਦਿੱਤਾ। ਜਾ ਕੇ ਲਲਕਾਰਾ ਮਾਰਿਆ, ਸੈਦ ਖਾਨ ਤੇ ਵਾਰ ਪਹਿਲਾਂ ਤੂੰ ਕਰ ਲੈ, ਕਿਤੇ ਮਨ ਦੀਆਂ ਮਨ ਵਿੱਚ ਨਾ ਰਹਿ ਜਾਣ। ਪਰ ਉਹੀ ਸੈਦ ਖਾਨ ਜਿਹੜਾ ਸੀ ਇੰਨਾ ਪ੍ਰਭਾਵਿਤ ਹੋਇਆ, ਉਹਨੇ ਇੱਕ ਗੱਲ ਚੀਕ ਕੇ ਆਖੀ, ਖੁਦਾ ਆਇਦ, ਖੁਦਾ ਆਇਦ, ਮੈਂ ਆਇਦ ਖੁਦਾ ਬੰਦਾ, ਹਕੀਕਤ ਦਰਮਿਜ਼ਾਜ ਆਇਦ ਕਿ ਮੁਰਦੇ ਰੱਖੁਨਤ ਜਿੰਦਾ। ਉਹ ਲੋਕੋ, ਦੁਨੀਆ ਨੂੰ ਪੈਦਾ ਕਰਨ ਵਾਲਾ ਖੁਦਾ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਆ ਗਿਆ ਤੇ ਮੇਰੇ ਵਰਗੇ ਮੁਰਦਿਆਂ ਨੂੰ ਜਿਉਂਦਾ ਕਰਨ ਦੇ ਲਈ। ਐਸੇ ਮਹਾਨ ਸਤਿਗੁਰੂ ਪਹਿਲੀ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਧਾ ਨੇ ਪੁੱਛਿਆ ਸੀ, ਫਿਰ ਪੁੱਛਣ ਸਿੱਧ ਨਾਨਕਾ ਤੋ ਜਗ ਨੂੰ ਕਿਆ ਕਰਮਾਤ ਦਿਖਾਈ, ਕੁਝ ਦਿਖਾ ਲਿਆ ਸਾਨੂੰ, ਤੂੰ ਕਿਉਂ ਢਿੱਲ ਜਿਹੀ ਲਾਈ। ਬਾਬਾ ਆਖੇ ਨਾਥ ਜੀ ਅਸਾਂ ਵੇਖੇ ਜੋਗੀ ਵਸ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਦੀ ਗੱਲ ਆਖ ਕੇ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਨੀਂਹ ਉਸੇ ਵੇਲੇ ਰੱਖ ਦਿੱਤੀ ਸੀ ਜਿਸ ਗੁਰੂ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਬਦਲ ਕੇ ਰੱਖ ਦਿੱਤੀ, ਔਰ ਜਿਹਦੇ ਪ੍ਰਤੱਖ ਦਰਸ਼ਨ ਅੱਜ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਕਰਾਮਾਤ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਮੋਰਚੇ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਹ ਪਾਵਨ ਵਿਚਾਰਧਾਰਾ ਵਿੱਚੋਂ ਜਿਹੜਾ ਇੱਕ ਤੂਫਾਨ ਉੱਠਿਆ ਸੀ ਕਿ ਹਰ ਰੁਕਾਵਟ ਨੂੰ ਦੂਰ ਕਰਦਾ ਹੋਇਆ, ਜਿਵੇਂ ਦਿੱਲੀ ਦੇ ਲਾਲ ਕਿਲੇ ਤੇ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਏ ਨੇ ਕਿਸੇ ਵੇਲੇ ਕੇਸਰੀ ਨਿਸ਼ਾਨ ਚੜਾਇਆ ਸੀ, ਉਹ ਪ੍ਰਤੱਖ ਨਜ਼ਾਰਾ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ ਵਿੱਚੋਂ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਆਹ ਟੀਵੀ ਚੈਨਲਾਂ, ਸੋਸ਼ਲ ਮੀਡੀਆ ਦੇ ਰਹੀ ਸਾਰੇ ਸੰਸਾਰ ਦੇ ਲੋਕ ਤੱਕ ਰਹੇ ਨੇ ਕਿ ਵਾਕਈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਇੱਲੇ ਕਿਸੇ ਅਖੌਤੀ ਕਰਾਮਾਤ ਨੂੰ ਗੁਰੂ ਪਾਤਸ਼ਾਹ ਨੇ ਕੋਈ ਮਾਨਤਾ ਨਹੀਂ ਦਿੱਤੀ। ਹਾਂ, ਇੱਕ ਇਨਸਾਨ ਨੂੰ ਹੀ ਉਹਨਾਂ ਸ਼ਕਤੀਆਂ ਦਾ ਮਾਲਕ ਬਣਾ ਦਿੱਤਾ ਜਿਨ੍ਹਾਂ ਸ਼ਕਤੀਆਂ ਨੂੰ ਲੋਕੀ ਤਰਸਦੇ ਸਨ ਕਿ ਅਸੀਂ ਅਣਖ ਨਾਲ, ਇੱਜ਼ਤ ਨਾਲ ਜ਼ਿੰਦਗੀ ਜੀਵੀਏ। ਉਹ ਵਿਚਾਰਧਾਰਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਸਭ ਤੋਂ ਵੱਡੀ ਕਰਾਮਾਤ, ਨਾਮ ਬਾਣੀ ਦੀ ਕਰਾਮਾਤ ਹੈ। ਤੇ ਨਾਲ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਉਹ ਆਸਰਾ ਲੈ ਕੇ ਅਸੀਂ ਭੁੱਲ ਚੁੱਕੇ ਹਾਂ, ਜਿਹਦੇ ਕਰਕੇ ਕਈ ਵਾਰ ਨਮੋਸ਼ੀ ਆਉਂਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਹੈ ਉਹ ਅਖੌਤੀ ਕਰਾਮਾਤਾਂ ਤੋਂ ਉੱਪਰ ਉੱਠ ਕੇ ਆਪ ਹੀ ਕੁਝ ਕਰਨ ਦੀ ਸਮਰੱਥਾ ਬਖਸ਼ਦੀ ਹੈ। ਸੋ ਮੈਂ ਆਸ ਰੱਖਦਾ ਹਾਂ, ਇਹ ਟਾਈਮ ਵੀ ਜ਼ਿਆਦਾ ਲੈ ਗਿਆ ਤੇ ਕਰਾਮਾਤਾਂ ਬਾਰੇ ਸਪਸ਼ਟ ਹੋ ਗਿਆ। ਕੋਈ ਹੋਰ ਵਾਅਦਾ ਕਰਨਾ ਚਾਹੁੰਦਾ ਮੈਂ ਧੰਨਵਾਦੀ ਹੋਵਾਂਗਾ ਜੀ। ਭੁੱਲ ਗਲਤੀ ਲਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮਿਊਟ ਕਰੋ ਵੀਰ ਰਾਜਾ ਸਿੰਘ ਜੀ। ਬਹੁਤ ਵਿਸਥਾਰ ਨਾਲ ਪ੍ਰਿੰਸੀਪਲ ਸਾਹਿਬ ਨੇ ਇਸ ਟੌਪਿਕ ਨੂੰ ਨਿਭਾਇਆ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਮਤ ਹੈ ਉਹ ਤਾਂ ਕੇਵਲ ਸੁਕ੍ਰਿਤ ਕਰਨੀ ਔਰ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਰੱਖਣ ਦਾ, ਪਰ ਸਾਡੇ ਕਈ ਸੰਪਰਦਾਵਾਂ ਜਾਂ ਕਈ ਹੋਰ ਐਸੇ ਸਿੱਖ ਪੰਥ ਵਿੱਚ ਹੈ ਨੇ ਪੁਰਸ਼ ਜਿਹੜੇ ਕਈ ਕਰਾਮਾਤੀ ਗੱਲਾਂ ਕਰਕੇ ਸੰਗਤਾਂ ਨੂੰ ਪ੍ਰਭਾਵਿਤ ਕਰਦੇ ਨੇ। ਔਰ ਮੈਂ ਜਿਸ ਤਰ੍ਹਾਂ ਸ਼ੁਰੂ 'ਚ ਬੇਨਤੀ ਕੀਤੀ ਸੀ, ਜਿਸ ਵੇਲੇ ਅਸੀਂ ਕੋਈ ਹਟਵੀਂ ਗੱਲ ਦੇਖੀਏ ਆਮ ਨਾਲੋਂ, ਅਸੀਂ ਇੱਕਦਮ ਉੱਧਰ ਖਿੱਚੇ ਜਾਂਦੇ। ਤੋ ਸਭ ਤੋਂ ਵੱਡੀ ਕਰਾਮਾਤ ਤਾਂ ਇਹੀ ਹੈ
कि सानू ये मनुखा जन्म मिलिया जिहड़ा सारिया दुनिया दा श्रेष्ठ है, इस तो वड्डी होर कोई करामात सानू लभण दी लोड़ नहीं। लोड़ है अकाल पुरख वाहिगुरू जी दे एक उस ओट आसे नाल अपना जीवन बतीत करन दी, ना कि इहो जिहियां करामातां या दूजियां तीजां चीज़ां पिछे नੱਠਣ ਦੀ लोड़ नहीं। जो कुछ वाहिगुरू जी ने लिखिया साडी प्रारब्ध विच लिखिया उही मिलना, सानू बहुता भटकण दी लोड़ नहीं। तो समा ज़्यादा हो रहा है, मैं अगले सवाल वाल चल रहा। साध संगत, जिस तरह शुक्रवार के व्याकरण की क्लास विच अजकल चल रहा कि इक्को जे अखर जिहड़े लगते हैं उन्होंने अर्थ वक् वक् होंदे ने, ते कई बार इक्को जे अखर जिहड़े ने उन्हों का उचारण विच फर्क पै जांदा है। तो एक साडे कोल सवाल आया कि अपर पर भी इनू अपर पर उचारना है कि अपरंपर उचारना है, ਇਹਦਾ उचारण की है? मैं बेनती कर रहा वीर MP सिंह जी ਨੂੰ भी कृपा करके दसना जी भी अपर पर है कि अपरंपर है। वाहिगुरू जी का खालसा वाहिगुरू जी की फतेह। जो जिस कंटैक्स्ट सवाल पूछा गया, मेरा ख्याल है वो पंक्ति भट्टां दे सोइये विच दर्ज है, तो ਉਹਦੇ ਰੈਫਰੈਂਸ ਵਿੱਚ ਹੀ सवाल सी कि अपर पर उच्चारण करना है कि अपरंपर उच्चारण करना है। तो इसको स्पष्ट करने वास्ते मैं एक थोड़ी जानकारी पहले देनी चाहांगा कि ऐड़ा पप्पा रारा इन्हां पंजां लफ्ज़ां नूं मिला के जो लफ्ज़ अपर पर या अपरंपर ये गुरु ग्रंथ साहब के अंदर कुल 7 ਵੱਖੋ ਵੱਖਰੇ ਸਰੂਪਾਂ ਦੇ ਵਿੱਚ मिलता है। ਤੇ टोटल इन्हां दी गिनती 72 है। 72 वारी ये इस्तेमाल होया है 7 ਵੱਖੋ ਵੱਖਰੇ ਸਰੂਪਾਂ ਦੇ अंदर। तो इन्हां दे विचों 4 वारी तो है अपरंपर अपरंपराग रारे नूं कंधे दे नाल, 4 वारी है अपर पर बिना बिंदी बिना टिप्पी तो अपर परा। 25 वारी है अपरंपर रारे दे उपर टिप्पी दे नाल। 6 वारी है रारे नूं सिहारी दे नाल, ते 29 वारी है रारे नूं औंकड़ दे नाल। 3 वारी है रारे दे उपर होड़ा लग्या होया है। केवल एक वारी है जदों टिप्पी नहीं लगी हुई ते रारे नूं औंकड़ है। तो 25 वारी लफज यह अपरंपर आया है टिप्पी दे नाल, ते एक वारी आया है बिना टिप्पी दे। जिथे ये बिना टिप्पी दे आया भी है उत्थे भी ये अर्थ वही हैं जो टिप्पी वाले लफज के अपरंपर के अर्थ हैं। तो जो बाणी असीं तुक पढ़ते हाँ, तो मैं आप जी के सामने वो तुक कढ़ लवां एक बारी। तो सोइये महले चौथे के दे विच पंक्ति आंदी है, वो भटकल सहार जी का 8वां सवैया है जो सवैये महले चौथे के दे अंदर। वो पंक्ति है अभिगत अगोचर अपर पर मन गुर शब्द वसायो, गुर रामदास कल उच्चरै तै जगत उदाहरण पायो। तो ये भावे लफज का जोड़ जो उत्थे छपिया होया है वो अपर पर है, ऐड़ा पप्पा ते रारे थल्ले औंकड़ है, पर अर्थ वो वही हैं जो परे तो परे अते बेअंत परमात्मा है। और जिस तरह 25 वारी आया है अपरंपर टिप्पी दे नाल, वो सेम ही अर्थां दे विच इत्थे इस्तेमाल होया है। तो इत्थों ये अंदाज़ा असीं लगा सकते हाँ कि बई ये इस्तेमाल तो अपरंपर के अर्थां विच ही होया है। हो सकता है कि छापे के बीड़ दे विच टिप्पी लगनी रह गई होवे, ते हस्तलिखत बीड़ा दे अगर जो कोई खोज करके इसको कन्फर्म करे, जिवें आनंद और अनद ये लफज भी सब अर्थक इस्तेमाल हुए हैं गुरु ग्रंथ साहब के अंदर, पर उत्थे अनद वाला जो लफज है उन्होंने गिनती इस्तेमाल की काफ़ी ज़्यादा है। पर इत्थे जिहड़ा अपर बिना टिप्पी के अपर पर है ये केवल एक बारी आया है, पर यह अपरंपर के अर्थों में आया है, तो यह उच्चारण मेरी समझ के मुताबिक अपरंपर ही होना चाहिए। इस तो ज़्यादा अगर जो किसी ने बंदे का कोई होर किसी की कोई विचारधारा होए, कोई जानकारी होए, तो आप जी नाल साझी कर सकते हैं जी। तो मेरे समझ मुताबिक ये क्योंकि 25 वारी इसका सेम स्वरूप टिप्पी के नाल है और उन्होंने ही अर्थां इस्तेमाल होया है, इसका उच्चारण भी अपरंपर ही होना चाहिए। वाहिगुरू जी का खालसा वाहिगुरू जी की फतेह। तो वीर जी ने
गिनती नाल भी दस्सिया भी किन्नी वारी किहड़ा लफ्ज़ जिहड़ा शब्द जिहड़ा आया लफ्ज़ आया। तो अपर पर या अपरंपर, तो उन्होंने बड़े डिटेल दस्सिया। आप जी का बहुत बहुत धन्यवाद है। साध संगत समा दौड़ रहा, साडे कोल क्वेश्चनस होर काफ़ी हैं। तो अगला क्वेश्चन जिहड़ा है वो फिर उचारण का ही है, और ये सानू सवाल आया वीर सुखदीप सिंह जी का, जिन्होंने थोड़े दिन पहले ज्वाइन किया है। तो सवाल है जी भी एक ओंकार नू ओंकार क्यों उचारिया जाता है। मैं रिपीट कर रहा भी एक ओंकार नू ओंकार क्यों उचारिया जाता है। हालांकि इस उचारण बारे कई ਵੱਖ-ਵੱਖ ਰਾਵਾਂ भी ने, और कई बार भुलेखा भी लगता है। और पिछे जे ये बारे इस फॉर्म ते भी विचार हुई सी, ते उस वेले यही सी कि उचारण ओंकार, क्यों कई एक ओंकार करते हैं कि एक ओंकार करते हैं, एक ओंकार करते हैं, ਵੱਖ-ਵੱਖ ने। तो साढ़े यूनीफॉर्मिटी होनी चाहिए, एकसारता। तो ये सानू सवाल आया एक ओंकार किवें उचारना वीर सुखदीप सिंह जी का। तो ये बारे मैं असी बेनती की सी अपने प्रोफैसर सुखविंदर सिंह जी नूं, जिहड़े व्याकरण की क्लास लैंदे ने, भी वो ये बारे सानू चानना पाण। तो उन्हां दा उत्तर सुन लो जी। गुरमत क्लास के अंदर जुड़ बैठी गुरु प्यारी साध संगत जीओ, सब तो पहला आओ दशमेश पिता वालों बख्शिश की फतेह नाल रसना नूं पवित्र करिए जी। सारी सिख संगत करो प्रवान फतेह जी। आखो जी वाहिगुरू जी का खालसा, वाहिगुरू जी की फतेह। गुरमत क्लास दे विच ਅੱਜ ਉਹ ਕਿਸੇ ਵੀਰ ਵੱਲੋਂ ਸਵਾਲ ਪੁੱਛਿਆ ਗਿਆ ਹੈ ਵੀ ਇੱਕ ਓੰਕਾਰ ਦਾ ਜਿਹੜਾ ਪਾਠ ਹੈ ਉਹ ਅਸੀਂ ਇੱਕ ਓੰਕਾਰ ਕਿਉਂ ਕਰਦੇ ਹਾਂ। ਤੇ ਇਸ ਸਵਾਲ ਦੇ ਜਵਾਬ ਦੇ ਵਿੱਚ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹਾਂਗੇ। ਇਹਨੂੰ ਸੁਣੋ ਜੀ ਧਿਆਨ ਦੇ ਨਾਲ। ਸਭ ਤੋਂ ਪਹਿਲਾਂ ਤੇ ਇਹ ਗੱਲ ਯਾਦ ਰੱਖੋ ਵੀ ਇੱਕ ਓੰਕਾਰ ਪਾਠ ਦੇ ਉਚਾਰਨ ਸੰਬੰਧੀ ਵੀ ਇਹਦਾ ਉਚਾਰਨ ਹੈ ਇੱਕ ਓੰਕਾਰ। ਇਸ ਸੰਬੰਧੀ ਵਿਦਵਾਨਾਂ ਦੇ ਵਿੱਚ ਜਿਹੜੀ ਹੈ ਉਹ ਬਹੁਤੀ ਮਤਭੇਦਤਾ ਨਹੀਂ ਹੈ। ਚਾਹੇ ਵਿਦਵਾਨ ਸੰਪਰਦਾਇ ਵਿਚਾਰਧਾਰਾ ਨਾਲ ਸਹਿਮਤ ਹੋਣ ਵਾਲੇ ਹਨ ਤੇ ਚਾਹੇ ਵਿਦਵਾਨ ਮਿਸ਼ਨਰੀ ਵਿਚਾਰਧਾਰਾ ਨੂੰ ਫੋਲੋ ਕਰਨ ਵਾਲੇ ਨੇ। ਦੋਹਾਂ ਤਰ੍ਹਾਂ ਦੇ ਵਿਦਵਾਨਾਂ ਦੀ ਇਸ ਉਚਾਰਨ ਸੰਬੰਧੀ ਜਿਹੜੀ ਹੈ ਉਹ ਇੱਕੋ ਹੀ ਰਾਏ ਹੈ। ਤੁਸੀਂ ਟਕਸਾਲੀ ਪਾਠੀ ਸਿੰਘਾਂ ਦਾ ਉਚਾਰਨ ਸੁਣ ਲਓ, ਚਾਹੇ ਤੁਸੀਂ ਮਿਸ਼ਨਰੀ ਪਾਠੀ ਸਿੰਘਾਂ ਦਾ ਉਚਾਰਨ ਸੁਣ ਲਓ, ਉਚਾਰਨ ਇੱਕੋ ਹੀ ਹੈ ਜੀ, ਇੱਕ ਓੰਕਾਰ। मैं कुछ विद्वानों ਨੂੰ पढ़ रहा सी इस उच्चारण के संबंध ਵਿੱਚ। सब तो स्पष्ट ते प्रभावशाली जिहड़ी इस उच्चारण संबंधी जिहड़ी विचार है वो प्रोफैसर साहब सिंह जी हुणां ने सानू जिहड़ी है वो दसी हुई आ अपने टीके दे विच। जदों उन्हां दे जपजी साहिब दा तुसीं टीका पढ़ोगे ते आरंभता दे विच ही एक ओंकार दा उच्चारण सानू एक ओंकार क्यों करना चाहिए है, प्रोफैसर साहब सिंह ने बहुत ही डिटेल दे विच बा कमाल जिहड़ी है उत्ते सानू जानकारी स्पष्ट कराई हुई आ। मैं तुहानू बेनती करांगा भी तुसीं उहनू एक दफा जरूर पढ़ लेना, क्योंकि इत्थे मैं तुहाडे नाल बहुत ही डिटेल विच नहीं, केवल टुक मात्र संखेप दे विच जिहड़ी है समय नू मुख रख के बेनती साझी करन जा रहा है। इहनू सुनो जी ध्यान नाल, जो प्रोफैसर साहब सिंह जी ने लिखिया है। प्रोफैसर साहब सिंह जी इस उच्चारण संबंधी लिखते हैं भी जिहड़ा एक ओंकार जिहड़ा ये पाठ असीं उच्चारण करते हैं जी, एक ओंकार इहदे तीन हिस्से आ जी। सब तो पहला हिस्सा वा एक, तुसीं एक शब्द दा इस ते पाठ दा स्वरूप वेखो जी, ये है जी गिनतीवाचक संख्यकवाचक एक। ਜਦੋਂ ਅਸੀਂ ਪੰਜਾਬੀ ਦੇ ਵਿੱਚ ਗਿਣਤੀ ਪੜ੍ਹਦੇ ਆ ਉਸ ਸਮੇਂ ਅਸੀਂ ਇਸ ਢੰਗ ਨਾਲ ਹੀ ਗਿਣਤੀ ਪੜ੍ਹਦੇ ਆ ਜੀ, 1 2 3 4 5। ਸਭ ਤੋਂ ਪਹਿਲੀ ਗਿਣਤੀ ਆ ਜੀ 1, ਸਰੂਪ ਹੈ 1। ਸਰਦਾਰ ਮਹਿੰਦਰ ਸਿੰਘ ਜੀ ਜੋਸ਼, ਕਿਉਂਕਿ ਕੁਝ ਵਿਦਵਾਨਾਂ ਨੇ ਇਸ 1 ਦੇ ਉਚਾਰਨ ਸੰਬੰਧੀ ਉਹਨਾਂ ਨੇ ਇਹਦਾ ਇਹ ਸਪਸ਼ਟ ਜਾਣਕਾਰੀ ਦਿੱਤੀ ਵੀ ਇਹਦਾ ਉਚਾਰਨ 1 ਹੀ ਕਰਨਾ ਵਾ, ਪਰ ਜਦੋਂ ਉਹਦਾ ਅਰਥ ਉਹਨਾਂ ਨੇ ਕੀਤਾ ਤੇ ਬਹੁਤੇ ਵਿਦਵਾਨਾਂ ਨੇ ਜਿਹੜਾ ਇਹਦਾ ਅਰਥ ਹੈ ਉਹ ਕਿਤੇ ਸੰਖਿਅਕਵਾਚਕ ਵਿਸ਼ੇਸ਼ਣ ਦੇ ਰੂਪ ਵਿੱਚ ਵੀ ਇਹ ਪਰਿਪੂਰਨ ਪਰਮੇਸ਼ਵਰ ਦਾ ਇਹ ਵਿਸ਼ੇਸ਼ਣ ਆ ਜੀ, ਰੱਬ ਦਾ ਵਿਸ਼ੇਸ਼ਣ ਆ, ਸੰਖਿਅਕ ਰੂਪ ਵਿਸ਼ੇਸ਼ਣ, ਸੰਖਿਅਕਵਾਚਕ ਵਿਸ਼ੇਸ਼ਣ। ਪਰ ਮੈਂ ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਨੂੰ ਪੜ੍ਹ ਰਿਹਾ ਸਾਂ, ਉਹਨਾਂ ਨੇ ਇੱਕ ਇਸ ਦਾ ਜਿਹੜਾ ਅਰਥ ਹੈ ਉਹ ਸੰਖਿਅਕਵਾਚਕ ਵਿਸ਼ੇਸ਼ਣ ਦੇ ਰੂਪ ਚ ਨਹੀਂ ਕੀਤਾ। ਉਹ ਲਿਖਦੇ ਆ ਵੀ ਜਿਹੜਾ 1 ਹੈ ਇਹ ਹੈ ਨਾਉਨ ਵਾਚੀ, ਇਹ ਅਕਾਲ ਪੁਰਖ ਪਰਮਾਤਮਾ ਵਾਚੀ ਸ਼ਬਦ ਆ 1। ਹਾਲਾਂਕਿ ਇਹਦੇ ਵਿੱਚ ਦੋ ਰਾਵਾਂ ਨਹੀਂ, ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰੱਬ ਦੀ ਹੀ ਗੱਲ ਕੀਤੀ ਹੈ।
ਤੇ ਆ ਜਿਹੜੀ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਆ ਜਿਹੜੀ ਤਿੰਨ ਦੇਵਤਿਆਂ ਦੀ ਗੱਲ ਆਮ ਭਾਰਤ ਵਰਸ਼ ਦੀ ਧਰਤੀ ਤੇ ਕੀਤੀ ਜਾਂਦੀ ਸੀ। ਇਸ ਵਿਚਾਰ ਦੇ ਉੱਤੇ ਬਿਲਕੁਲ ਕੋਰਾ ਕਾਂਟਾ ਫੇਰਦਿਆਂ ਹੋਇਆ, ਇਸ ਵਿਚਾਰ ਨੂੰ ਮੁੱਢੋਂ ਰੱਦ ਕਰਦਿਆਂ ਹੋਇਆ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਦੀ ਗੱਲ ਕੀਤੀ, ਇੱਕ ਰੱਬ ਦੀ ਗੱਲ ਕੀਤੀ ਆ, ਏਕਾ ਲਿਖ ਕੇ, ਗਿਣਤੀ ਵਾਚਕ ਸੰਖਿਅਕ ਵਾਚਕ ਇੱਕ ਲਿਖ ਕੇ। ਚਲੋ ਚਾਹੇ ਅਸੀਂ ਨਾਉਨ ਪਦ ਅਸੀਂ ਇਹਦਾ ਅਰਥ ਕਰੀਏ ਤੇ ਚਾਹੇ ਸੰਖਿਅਕ ਵਾਚਕ ਵਿਸ਼ੇਸ਼ਣ ਦੇ ਰੂਪ ਵਿੱਚ ਅਰਥ ਕਰੀਏ, ਪਰ ਹੈ ਇੱਕ ਜਿਹੜਾ ਹੈ ਉਹ ਅਕਾਲ ਪੁਰਖ ਵਾਚੀ ਹੈ, ਪਰਮਾਤਮਾ ਵਾਚੀ। ਤੋਂ ਇਹਦਾ ਉਚਾਰਨ ਬਣੇਗਾ ਇੱਕ, ਗਿਣਤੀ ਵਾਚਕ ਇੱਕ। ਉਸ ਤੋਂ ਬਾਅਦ ਜਿਹੜਾ ਊੜਾ ਅੱਖਰ ਅੱਗੇ ਅਸੀਂ ਲਿਖਿਆ ਸਰੂਪ ਵਿੱਚ ਵੇਖਦੇ ਹਾਂ। ਤੁਸੀਂ ਊੜੇ ਅੱਖਰ ਦਾ ਸਰੂਪ ਵੇਖੋ। ਇੱਕ ਤਾਂ ਊੜਾ ਆਮ ਅਸੀਂ ਲਿਖਦੇ ਹਾਂ 35 ਅੱਖਰਾਂ ਦੇ ਵਿੱਚ ਊੜਾ, ਪਰ ਇੱਥੇ ਜਿਹੜਾ ਊੜੇ ਦਾ ਸਰੂਪ ਹੈ ਉਹ ਕੁਝ ਹੋਰ ਢੰਗ ਦਾ ਹੈ। ਊੜੇ ਦਾ ਮੁੱਖ ਖੁੱਲਾ ਵਾ ਜੀ, ਤੇ ਉੱਪਰਲੇ ਪਾਸੇ ਤੁਸੀਂ ਦੇਖੋ ਊੜੇ ਦੇ ਉੱਪਰਲੇ ਪਾਸੇ ਇੱਕ ਅਰਧ ਚੰਦਰਿਕਾ ਬਣੀ ਹੋਈ ਆ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਊੜੇ ਦੇ ਦੋ ਹਿੱਸੇ ਕੀਤੇ ਆ ਜੀ। ਉਹ ਇੱਕ ਹਿੱਸੇ ਦੇ ਵਿੱਚ ਉਹ ਲਿਖਦੇ ਆ ਵੀ ਇੱਕ ਊੜੇ ਦਾ ਹਿੱਸਾ ਹੈ ਓਅੰਗ, ਓਅੰਗ, ਕਿਉਂਕਿ ਸੰਸਕ੍ਰਿਤ ਵਿੱਚ ਜਿਹੜਾ ਓਅੰਗ ਹੈ ਉਹਨੂੰ ਇਸ ਢੰਗ ਨਾਲ ਲਿਖਿਆ ਜਾਂਦਾ ਹੈ, ਊੜੇ ਦਾ ਮੁੱਖ ਖੁੱਲਾ ਨਾਲ ਬਿੰਦੀ ਦੀ ਮਾਤਰਾ ਲਗਾਈ ਜਾਂਦੀ ਆ। ਪੰਜਾਬੀ ਵਿੱਚ ਅਸੀਂ ਇਸ ਢੰਗ ਨਾਲ ਲਿਖਦੇ ਹਾਂ, ਊੜੇ ਦਾ ਮੁੱਖ ਖੁੱਲਾ ਐੜਾ ਅੱਖਰ ਤੇ ਐੜੇ ਅੱਖਰ ਦੇ ਉੱਪਰ ਟਿੱਪੀ ਦੀ ਮਾਤਰਾ ਨਾਸਕ ਉਚਾਰਨ ਕੀਤਾ ਜਾਂਦਾ ਹੈ ਓਅੰਗ, ਓਅੰਗ। ਤੇ ਉੱਪਰ ਜਿਹੜੀ ਅਰਧ ਚੰਦਰਿਕਾ ਬਣੀ ਹੋਈ ਆ, ਤੁਸੀਂ ਉਹਦੇ ਸਰੂਪ ਨੂੰ ਦੇਖੋਗੇ ਤਾਂ ਪਤਾ ਲੱਗੇਗਾ ਵੀ ਉਹ ਜਿਹੜੀ ਅਰਧ ਚੰਦਰਿਕਾ ਹੈ, ਵਿਦਵਾਨਾਂ ਨੇ ਉਹਦਾ ਅਰਥ ਕੀਤਾ ਜੀ ਕਾਰ। ਹਾਲਾਂਕਿ ਜਿਹੜਾ ਕਾਰ ਕੱਕੇ ਨੂੰ ਕੰਨਾ ਰਾਰਾ, ਇਹ ਜਿਹੜਾ ਕਾਰ ਸ਼ਬਦ ਆ ਇਹ ਬਹੁਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਅਜਿਹੇ ਸ਼ਬਦ ਆ ਜਿਹੜੇ ਸ਼ਬਦਾਂ ਦੇ ਪਿਛੇਤਰ ਦੇ ਰੂਪ ਵਿੱਚ ਕਾਰ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ। ਪਰ ਬਹੁਤੇ ਵਿਦਵਾਨਾਂ ਨੇ ਜਿਹੜਾ ਕਾਰ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਮੰਨਿਆ ਵਾ ਜੀ। ਤੇ ਕਾਰ ਦਾ ਅਰਥ ਹੁੰਦਾ ਵਾ ਇੱਕ ਰਸ ਲਗਾਤਾਰ। ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਪਿਛੇਤਰ ਰੂਪ ਦੇ ਵਿੱਚ ਪੁਲਿੰਗ ਤੇ ਇਸਤਰੀ ਲਿੰਗ ਵਾਚਕ ਜਿਹੜੇ ਸ਼ਬਦ ਪੜ੍ਹਦੇ ਆ, ਉਹਨਾਂ ਵਿੱਚੋਂ ਮੈਂ ਤੁਹਾਡੇ ਨਾਲ ਸ਼ਬਦ ਕੁਝ ਸਾਂਝੇ ਕਰ ਦੇਣਾ ਚਾਹਾਂਗਾ। ਧਾਰਨਹਾਰ, ਛੁਟਕਾਰ, ਨ੍ਰਿਤਕਾਰ, ਕੌਲਾਰ, ਇਸ ਤੋਂ ਇਲਾਵਾ ਝਨਤਕਾਰ, ਨਨਾਕਾਰ, ਜੈਕਾਰ, ਇਹ ਜਿੰਨੇ ਵੀ ਸ਼ਬਦ ਨੇ ਇਹ ਸਾਰੇ ਸ਼ਬਦਾਂ ਨੂੰ ਤੁਸੀਂ ਅਗਰ ਇਹਨਾਂ ਦਾ ਸਰੂਪ ਵੇਖੋਗੇ ਤੇ ਅਖੀਰਲਾ ਜਿਹੜਾ ਸ਼ਬਦ ਦਾ ਸਰੂਪ ਹੈ ਉਹ ਹੈ ਕਾਰ, ਪਿਛੇਤਰ ਦੇ ਰੂਪ ਵਿੱਚ ਨਨਾਕਾਰ। ਇੱਕ ਰਸ ਇਨਕਾਰ ਇਹਦਾ ਅਰਥ ਬਣਦਾ ਵਾ ਜੈਕਾਰ, ਲਗਾਤਾਰ ਜੈ 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 ਦੀ ਗੂੰਜ। ਨਿਰਤਕਾਰ ਇੱਕ ਰਸ ਨਾਚ, ਝਨਤਕਾਰ ਇੱਕ ਰਸ ਸੋਹਣੀ ਆਵਾਜ਼। ਧੁਨਕਾਰ, ਧੁਨਕਾਰ ਦਾ ਵੀ ਅਰਥ ਹੈ ਜੀ ਇੱਕ ਰਸ ਲਗਾਤਾਰ ਨਾਦ ਜਾਂ ਅਤੁੱਟ ਆਵਾਜ਼। ਤੋਂ ਕਾਰ ਦਾ ਜਿਹੜਾ ਮੀਨਿੰਗ ਹੈ ਉਹ ਹੈ ਇਹੀ ਵੀ ਕਾਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ ਤੇ ਕਾਰ ਦਾ ਅਰਥ ਬਣਦਾ ਵਾ ਇੱਕ ਰਸ ਲਗਾਤਾਰ। ਤੋਂ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਗੱਲ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਵੀ ਜਦੋਂ ਅਸੀਂ ਇਹਨਾਂ ਤਿੰਨਾਂ ਸ਼ਬਦਾਂ ਨੂੰ ਮਿਲਾਵਾਂਗੇ ਤੇ ਇਹਨਾਂ ਤਿੰਨਾਂ ਸ਼ਬਦਾਂ ਦਾ ਅਰਥ ਵੀ ਸਪਸ਼ਟ ਹੋ ਜਾਏਗਾ ਤੇ ਉਚਾਰਨ ਵੀ ਸਪਸ਼ਟ ਹੋ ਜਾਏਗਾ। ਜਿਵੇਂ ਇੱਕ ਤੋਂ ਬਾਅਦ ਹਲਕਾ ਜਿਹਾ ਪੋਜ ਦੇਵਾਂਗੇ ਇੱਕ, ਫਿਰ ਉਚਾਰਨ ਕਰਾਂਗੇ ਜੀ ਓੰਕਾਰ, ਓੰਕਾਰ ਇਕੱਠਾ ਪਾਠ ਉਚਾਰਨ ਕਰਾਂਗੇ ਓੰਕਾਰ। ਓੰਗ ਦਾ ਅਰਥ ਹੁੰਦਾ ਵਾ ਜੀ ਸਰਬ ਵਿਆਪਕ। ਕਾਰ ਦਾ ਅਰਥ ਹੁੰਦਾ ਇੱਕ ਰਸ ਲਗਾਤਾਰ। ਇਹਦਾ ਪੂਰਾ ਮੀਨਿੰਗ ਇਹ ਬਣੇਗਾ ਵੀ ਇੱਕ ਰਸ ਲਗਾਤਾਰ ਵਿਆਪਕ ਪ੍ਰਭੂ, ਇੱਕ ਰਸ ਲਗਾਤਾਰ ਸਰਬ ਵਿਆਪੀ ਪਰਮੇਸ਼ਵਰ, ਇਹ ਅਰਥ ਬਣੇਗਾ। ਇੱਕ ਤੋਂ ਭਾਵੀ ਇੱਕ, ਰੱਬ ਇੱਕ ਹੈ, ਅਕਾਲ ਪੁਰਖ ਇੱਕ ਹੈ, ਜੋ ਪਰਮੇਸ਼ਵਰ ਇੱਕ ਹੈ ਉਹ ਇੱਕ ਰਸ ਲਗਾਤਾਰ ਵਿਆਪਕ ਹੈ। ਕਿੱਥੇ ਵਿਆਪਕ ਹੈ? ਇਸ ਸ੍ਰਿਸ਼ਟੀ ਵਿੱਚ ਵਿਆਪਕ ਹੈ। ਤੇ ਇਸ ਬਾਬਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਸੈਂਕੜੇ ਪ੍ਰਮਾਣ ਜਿਹੜੇ ਆ ਪਰਮੇਸ਼ਵਰ ਦੀ ਸਰਵ ਵਿਆਪਕਤਾ ਦੇ ਬਾਬਤ ਜਿਹੜੇ ਆ ਉਹ ਪੜ੍ਹਦੇ ਆ। ਜਿਵੇਂ ਅਸੀਂ ਪੜ੍ਹਦੇ ਆ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਜਾਂ ਈਬੈ ਬੀਠੁਲ ਊਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਅਨੇਕਾਂ ਪ੍ਰਮਾਣ ਪਰਮੇਸ਼ਵਰ ਦੀ ਸਰਵ ਵਿਆਪਕਤਾ ਦੇ ਬਾਬਤ ਅਸੀਂ ਪੜ੍ਹਦੇ ਆ। ਜਦੋਂ ਅਸੀਂ ਇਸੇ ਹੀ ਮੂਲ ਮੰਤਰ ਦੇ ਪਾਠ ਦਾ ਅੱਗੇ ਉਚਾਰਨ ਕਰਾਂਗੇ ਤੇ ਪੁਰਖ ਸ਼ਬਦ ਹੁੰਦਾ ਹੈ, ਪੁਰਖ ਪੱਪੇ ਪੈਰ ਔਂਕੜ ਦੀ ਮਾਤਰਾ, ਰਾਰਾ ਖੱਖੇ ਪੈਰ ਔਂਕੜ ਦੀ ਮਾਤਰਾ। ਪੁਰਖ ਦਾ ਵੀ ਅਰਥ ਹੁੰਦਾ ਸਰਬ ਵਿਆਪਕ ਪਰਮੇਸ਼ਵਰ। ਤੋਂ ਇੱਕ ਓੰਕਾਰ, ਇਸ ਦਾ ਪਾਠ ਅਸੀਂ ਇਸ ਕਰਕੇ ਉਚਾਰਨ ਕਰਦੇ ਹਾਂ ਇੱਕ ਓੰਕਾਰ, ਕਿਉਂਕਿ ਇੱਕ ਇਹ ਗਿਣਤੀਵਾਚਕ ਹੈ। ਇੱਕ ਪੰਜਾਬੀ ਵਿੱਚ ਇਹਦਾ ਉਚਾਰਨ ਕਰਦੇ ਆ ਇੱਕ, ਫਿਰ
ਊੜਾ ਅੱਖਰ ਦਾ ਉਚਾਰਨ ਹੋਏਗਾ ਓੰਗ, ਤੇ ਉੱਤੇ ਜਿਹੜੀ ਅਰਧ ਚੰਦਰਕਾ ਵਾ ਉਹਦਾ ਸੰਸਕ੍ਰਿਤ ਭਾਸ਼ਾ ਦਾ ਜਿਹੜਾ ਉਹ ਸ਼ਬਦ ਹੈ ਕਾਰ, ਉਹਦਾ ਉਚਾਰਨ ਹੋਏਗਾ ਕਾਰ। ਇੱਕ ਓੰਕਾਰ। ਤੋ ਮੈਂ ਉਮੀਦ ਕਰਦਾ ਹਾਂ ਵੀ ਆਪ ਜੀ ਨੂੰ ਜ਼ਰੂਰ ਇਹ ਗੱਲ ਸਮਝ ਵਿੱਚ ਆਈ ਹੋਵੇਗੀ। ਵੈਸੇ ਇੱਕ ਗੱਲ ਹੋਰ ਵੀ ਖਿਆਲ ਵਿੱਚ ਰੱਖਿਓ, ਜਾਂਦੇ ਜਾਂਦੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਵੀ ਸਾਨੂੰ ਜਿਹੜਾ ਹੈ ਓੰਕਾਰ ਦੇ ਉਚਾਰਨ ਸੰਬੰਧੀ ਜਿਹੜੀ ਆ ਉਹ ਸੇਧ ਮਿਲਦੀ ਆ। ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਇੱਕ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਬਾਣੀ ਆ ਓੰਕਾਰ, ਜਿਹਨੂੰ ਜ਼ਿਆਦਾਤਰ ਅਸੀਂ ਦੱਖਣੀ ਓੰਕਾਰ ਦੀ ਬਾਣੀ ਵੀ ਕਹਿੰਦੇ ਆ। ਉਸ ਪਾਵਨ ਬਾਣੀ ਦੀ ਆਰੰਭਤਾ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਵੀ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਜਾਂ 1310 ਨੰਬਰ ਅੰਕ ਦੇ ਉੱਤੇ ਮਹਾਰਾਜ ਦੀ ਪਾਵਨ ਬਾਣੀ ਦਾ ਫਰਮਾਨ ਹੈ ਵੀ ਓੰਕਾਰ ਏਕੋ ਰਵ ਰਹਿਆ, ਸਭ ਏਕਸ ਮਾਹੇ ਸਮਾਵੈ ਗੋ। तो ਧੰਨਵਾਦ ਹੈ ਸੁਖਵਿੰਦਰ ਸਿੰਘ ਜੀ ਦਾ। ਤੋਂ ਸਤ ਸੰਗਤ ਉਹਨਾਂ ਨੇ ਜਿੱਥੇ ਇੱਕ ਓਂਕਾਰ ਦਾ ਉਚਾਰਨ, ਉੱਥੇ ਇਹ ਕਿਉਂ ਉਚਾਰਨ ਕਰਦੇ ਆ, ਇਹਦੇ ਅਰਥ ਜਿਹੜੇ ਨੇ ਉਹ ਕਾਫੀ ਸਪਸ਼ਟ ਕੀਤੇ ਨੇ। ਇਹਨਾਂ ਦਾ ਧੰਨਵਾਦ ਹੈ। ਔਰ ਜਿਨ੍ਹਾਂ ਦਾ ਇਹ ਸਵਾਲ ਆਇਆ ਵੀਰ ਸੁਖਦੀਪ ਸਿੰਘ ਜੀ ਦਾ, ਔਰ ਬਾਕੀ ਸੰਗਤ ਵੀ ਉਮੀਦ ਹੈ ਬਈ ਇਹ ਆਪਣੇ ਇਸ ਨੂੰ ਇੱਕ ਓਂਕਾਰ ਦੀ ਗੱਲ ਨੂੰ ਸਾਡੇ ਸਮਝਾਉਣ ਵਿੱਚ ਉਹਨਾਂ ਵੀਰ ਜੀ ਦਾ ਕਾਫੀ ਹੱਥ ਧਿਆਨ। ਤੋਂ ਬਹੁਤ ਬਹੁਤ ਮਿਹਰਬਾਨੀ। ਤੋਂ ਸਾਧ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਵੱਖ-ਵੱਖ ਵੀਰਾਂ ਭੈਣਾਂ ਵਾਲਾ ਸਵਾਲ ਆਉਣ ਦਾ ਮਤਲਬ ਇਹ ਹੈ ਕਿ ਸਾਡੀ ਇਨਵੋਲਵਮੈਂਟ ਹੈ ਔਰ ਹਰ ਇੱਕ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਤੋਂ ਮੈਂ ਬੇਨਤੀ ਕਰਾਂਗਾ ਬਈ ਪਿੱਛੇ ਇੱਕ ਸੁਝਾਅ ਵੀ ਆਇਆ ਸੀਗਾ ਕਿ ਜਿੱਥੇ ਬਾਕੀ ਵਕਤਾ ਜਿਹੜੇ ਨੇ ਉਹ ਆਪੋ ਆਪਣਾ ਪ੍ਰੋਗਰਾਮ ਦਿੰਦੇ ਨੇ, ਸਾਡੀਆਂ ਭੈਣਾਂ ਨੂੰ ਵੀ ਇਹਦੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਤਾਂ ਮੈਂ ਜਿਹੜੀਆਂ ਸਾਡੇ ਪਲੇਟਫਾਰਮ ਤੇ ਭੈਣਾਂ ਨੇ ਬਹੁਤ ਸਾਰੀਆਂ, ਔਰ ਬੜਾ ਇਸ ਪਾਸੇ ਉਹਨਾਂ ਦਾ ਵੀ ਕਾਫੀ ਐਕਸਪੀਰੀਅੰਸ ਐਕਸਪਰਟੀਜ਼ ਹੈ। ਤਾਂ ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਵੀ ਕਿ ਉਹ ਆਪਣੇ ਟੌਪਿਕਸ ਤਿਆਰ ਕਰਕੇ ਸੁਜੈਸਟ ਕਰਨ ਤੇ ਉਹ ਵੀ ਅੱਗੇ ਆਉਣ ਆਪਣੇ ਆਪਣੇ ਟੌਪਿਕ ਨੂੰ ਨਿਭਾਉਣ ਲਈ। ਤਾਂ ਮੈਂ ਆਸ ਕਰਦਾ ਕਿ ਬੇਨਤੀ ਪ੍ਰਵਾਨ ਕਰਨਗੀਆਂ ਮੇਰੀਆਂ ਭੈਣਾਂ ਜਿਹੜੀਆਂ ਇਸ ਸੰਗਤ ਵਿੱਚ ਬੈਠੀਆਂ ਨੇ, ਔਰ ਆਪੋ ਆਪਣੇ ਜਿਹੜੇ ਸੁਝਾਅ ਨੇ ਜਾਂ ਜਿਹੜਾ ਟੌਪਿਕ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ, ਤਾਂ ਜੇ ਆਉਣ ਵਾਲੇ ਸਮਿਆਂ 'ਚ ਇਹ ਭੈਣਾਂ ਵੀ ਜਿਹੜੀਆਂ ਨੇ ਇਹ ਇਸ ਪਲੇਟਫਾਰਮ ਤੇ ਹਿੱਸਾ ਲੈ ਸਕਣ। ਤਾਂ ਸਾਧ ਸੰਗਤ ਜੀ ਹੁਣ ਸਮਾਂ 2-3 ਮਿੰਟ ਦਾ ਰਹਿ ਗਿਆ, ਤਾਂ ਇੱਕ ਸਵਾਲ ਹੋਰ ਲੈ ਲੈਂਦੇ ਹਾਂ। ਸਵਾਲ ਤਾਂ ਬਾਕੀ ਹਨ। ਤਾਂ ਇਹ ਸਵਾਲ ਵੀ ਆਪਣਾ ਭੈਣ ਡੋਲੀ ਸਿੰਘ ਜੀ ਵੱਲੋਂ ਆਇਆ ਵੀ ਕਹਿਣ ਧਿਆਨ ਸੁਣ ਨਿਤ ਸੇ ਭਗਤ ਸੁਹਾਵੈ। ਬਈ ਇਹਦੇ ਇੱਕ ਵਚਨ ਹੈ ਕਿ ਬਹੁ ਵਚਨ ਹੈ, ਥੋੜਾ ਕਨਫਿਊਜ਼ਨ ਜਿਹਾ ਸੀਗਾ। ਤਾਂ ਉਹਦੇ ਲਈ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਥੋੜਾ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਵਾਲ ਵਾਲੀ ਪੰਕਤੀ ਬਸੰਤ ਕੀ ਵਾਰ ਦੇ ਵਿੱਚੋਂ ਜੋ ਤੀਜੀ ਪੌੜੀ ਹੈ, ਕਿੱਥੋਂ ਉਪਜੈ ਕਹਿ ਰਹੇ ਕਹਿ ਮਾਏ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ, ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ, ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ। ਥੋੜਾ ਜਿਆਦਾ ਪਹਿਲਾਂ ਅਰਥ ਸਮਝ ਲਈਏ। ਇਹ ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿੱਥੋਂ ਪੈਦਾ ਹੁੰਦਾ ਹੈ, ਕਿੱਥੇ ਰਹਿੰਦਾ ਹੈ ਤੇ ਕਿੱਥੇ ਲੀਨ ਹੋ ਜਾਂਦਾ ਹੈ, ਕਿਉਂਕਿ ਸਾਰੇ ਜੀਵ ਖਸਮ ਦੇ ਪੈਦਾ ਕੀਤੇ ਹੋਏ ਹਨ। ਕੋਈ ਵੀ ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ। ਹੁਣ ਤੀਜੀ ਪੰਕਤੀ ਜਿਹੜੀ ਆਈ ਹੈ ਉਹ ਹੈ ਜਿੱਥੇ ਜਿਹੜੇ ਕੁਐਸਚਨ ਦੇ ਵਿੱਚ ਹੈ, ਸਵਾਲ ਦੇ ਵਿੱਚ ਹੈ, ਜੋ ਜੋ ਉਸ ਪ੍ਰਭੂ ਦੇ ਗੁਣ ਉਤਾਰਦੇ ਹਨ, ਚੇਤੇ ਕਰਦੇ ਹਨ, ਸੁਣਦੇ ਹਨ, ਉਹ ਭਗਤ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਇੱਥੇ ਇੱਕ ਭਗਤ ਦੀ ਗੱਲ ਨਹੀਂ ਹੋ ਰਹੀ, ਇੱਥੇ ਬਹੁਤੇ ਭਗਤਾਂ ਦੀ ਗੱਲ ਹੋ ਰਹੀ ਹੈ। ਪਰਮਾਤਮਾ ਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਕੋਈ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਨਾਨਕ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਹੈ। ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ। ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ ਬੰਤਰ ਹੈ, ਦਲਾਵਾਂ ਵਾਲੇ ਸ਼ਬਦ ਇੱਕ ਬਚਨ ਲਈ ਵਰਤੇ ਜਾਂਦੇ ਹਨ ਆਮ ਤੌਰ ਤੇ। ਜਿਵੇਂ ਗੁਜਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਬਚਨ ਹੈ, ਨਿਰਮਲ ਨਾਮ ਜਿਤ ਮੈਲ ਨਾ ਲਾਗੈ, ਗੁਰਮਤਿ ਨਾਮ ਜਪੇ ਲਿਵ ਲਾਵੈ, ਨਾਮ ਪਦਾਰਥ ਜਿਨ ਨਰ ਨਹੀਂ ਪਾਇਆ, ਸੇ ਭਾਗਹੀਨ ਮੂਏ ਮਰ ਜਾਵੇ। ਆਪ ਜੀ ਸਕਰੀਨ ਤੇ ਪੰਕਤੀ ਦੇਖ ਸਕਦੇ ਹੋ। ਤੇ ਜਿੱਥੇ ਬਹੁਵਚਨ ਸ਼ਬਦ ਆਉਂਦੇ ਨੇ ਉੱਥੇ ਲਾਂ ਦੀ ਵਰਤੋਂ ਜ਼ਿਆਦਾ ਮਿਲਦੀ ਹੈ। ਜਿਵੇਂ ਨਾਨਕ ਗੁਰਮੁਖ ਸ਼ਬਦ ਸੁਹਾਵੇ, ਅੰਦਿਨ ਹਰ ਗੁਣ ਗਾਏ,
ਨਾਨਕ ਗੁਰਮੁਖ ਸ਼ਬਦ ਸੁਹਾਵੇ, ਅੰਦਿਨ ਹਰ ਗੁਣ ਗਾਏ। ਵੀ ਇਹ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਤੇ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਬਹੁਵਚਨ ਸ਼ਬਦ ਹੈ ਇੱਕ ਲਾਂ ਦੇ ਨਾਲ। ਇੱਕ ਪੰਕਤੀ ਹੋਰ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ, ਜਿੱਥੇ ਦੋਨੇ ਸ਼ਬਦ ਆਏ ਨੇ, ਇੱਕ ਵਚਨ ਦੇ ਰੂਪ ਵਿੱਚ ਵੀ ਤੇ ਬਹੁਵਚਨ ਦੇ ਰੂਪ ਵਿੱਚ ਵੀ। ਉਹ ਸ਼ਬਦ ਰਾਮਕਲੀ ਰਾਗ ਵਿੱਚ 964 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ। ਪਾਮ ਸੁਹਾਵੇ ਜਾਂ ਤੋਂ ਸਿਰ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋਂ ਜਸ ਗਾਵੇ, ਜਿਉ ਪਿਆ ਤੋ ਸ਼ਰਨੀ। ਹੁਣ ਇੱਥੇ ਪਹਿਲੀ ਪੰਕਤੀ ਚ ਪਾਮ ਲਫ਼ਜ਼ ਜਿਹੜਾ ਹੈ ਬਹੁਵਚਨ ਹੈ। ਇੱਥੇ ਜਿਹੜਾ ਅੱਗੇ ਸੁਹਾਵੇ ਲਫ਼ਜ਼ ਹੈ ਉਹ ਲਾਂ ਦੇ ਨਾਲ ਹੈ, ਵੀ ਉਹ ਪੈਰ ਜਿਹੜੇ ਸੋਹਣੇ ਹਨ, ਜਿਹੜੇ ਗੁਰੂ ਦੇ ਚਰਨਾਂ ਤੇ ਜਾ ਕੇ ਗੁਰੂ ਦੇ ਮਾਰਗ ਤੇ ਚੱਲਦੇ ਹਨ। ਗੁਰੂ ਦੇ ਚਰਨਾਂ ਦੇ ਅੱਗੇ ਜਿਹੜਾ ਸੀਸ ਝੁਕਦਾ, ਸੀਸ ਸੋਹਣਾ ਹੈ। ਹੁਣ ਮੁੱਖ ਲਫ਼ਜ਼ ਜਿਹੜਾ ਸੀ ਉਹ ਇੱਕ ਵਚਨ ਹੈ, ਇੱਕ ਮੂੰਹ ਦੀ ਗੱਲ ਹੈ। ਮੁੱਖ ਸੁਹਾਵਾ ਉਹ ਮੂੰਹ ਸੋਹਣਾ ਹੈ, ਕਿਹੜਾ? ਦੋ ਜਸ ਗਾਵੇ, ਜਿਹੜਾ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਇੱਥੇ ਇੱਕ ਜਿਹੜਾ ਇੱਕ ਮੁੱਖ ਦੀ ਜਿਹੜੇ ਇੱਕ ਵਚਨ ਦੀ ਗੱਲ ਜਿਹੜੀ ਹੈ, ਇੱਕ ਮੂੰਹ ਦੀ ਗੱਲ ਹੈ, ਉੱਥੇ ਦਲਾਵਾਂ ਦੇ ਨਾਲ ਹੈ। ਇੱਥੇ ਮੁੱਖ ਇੱਕ ਵਚਨ ਹੈ, ਉਹ ਮੁੱਖ ਗਾਵੇ ਦੇ ਦਲਾਵਾਂ ਦੇ ਨਾਲ ਵਰਤਿਆ ਗਿਆ ਹੈ। ਹੁਣ ਇਹ ਜਿਹੜਾ ਸ਼ਬਦ, ਹੁਣ ਸਵਾਲ ਆਇਆ ਵੀ ਇਸ ਪੰਕਤੀ ਦੇ ਵਿੱਚ, ਜਿਹੜੀ ਪੰਕਤੀ ਸਾਡੇ ਕੋਲ ਹੈ, ਇਹਦੇ ਵਿੱਚ ਦਲਾਵਾਂ ਦੇ ਨਾਲ ਇਹ ਸ਼ਬਦ ਸੁਹਾਵੇ ਕਿਉਂ ਵਰਤਿਆ ਗਿਆ? ਜੇ ਬਹੁਵਚਨ ਸੀ ਤਾਂ ਇੱਕ ਵਚਨ ਦੇ ਨਾਲ ਇਹ ਲਫ਼ਜ਼ ਕਿਉਂ ਨਹੀਂ ਵਰਤਿਆ ਗਿਆ? ਇਹ ਇੱਕ ਗੁਰਮਤਿ ਕਾਵਿ ਦੀ ਹੁਣੇ ਆਪਾਂ ਗੱਲ ਸੁਣੀ ਹੈ ਕਿ ਗੁਰਮਤਿ ਇੱਕ ਕਾਵਿ ਦੇ ਰੂਪ ਵਿੱਚ ਹੈ, ਇਹ ਕਵਿਤਾ ਦੇ ਰੂਪ ਵਿੱਚ ਹੈ। ਕਵਿਤਾ ਦਾ ਇੱਕ ਨਿਜ਼ਮ ਹੁੰਦਾ ਕਾਫੀਆ। ਕਾਫੀਆ ਉਹ ਹੁੰਦਾ ਜੋ ਅੰਤਲਾ ਸ਼ਬਦ ਮਿਲਾਉਣ ਲਈ ਵਰਤਿਆ ਜਾਂਦਾ ਹੈ। ਉਸ ਨਿਜ਼ਮ ਮੁਤਾਬਕ ਇਸ ਪੌੜੀ ਵਿੱਚ ਸੁਹਾਵੇ ਸ਼ਬਦ ਜਿਹੜਾ ਹੈ ਉਹ ਤੁਕਾਂਤ ਮਿਲਾਉਣ ਲਈ, ਦੂਜੇ ਲਫ਼ਜ਼ਾਂ ਅਸੀਂ ਕਹਿੰਦੇ ਤੁਕਾਂਤ ਮਿਲਾਉਣ ਲਈ ਦਲਾਵਾਂ ਦੇ ਨਾਲ ਵਰਤਿਆ ਗਿਆ ਹੈ, ਜਿਸ ਦਾ ਮੂਲ ਸਰੂਪ ਲਾਮ ਵਾਲਾ ਹੈ। ਇਸ ਕਰਕੇ ਇਸ ਦਾ ਉਚਾਰਨ ਬਿੰਦੀ ਤੋਂ ਬਿਨਾਂ ਸੁਹਾਵੇ ਹੀ ਕੀਤਾ ਜਾਵੇਗਾ। ਇਹਦਾ ਉਚਾਰਨ ਬਿੰਦੀ ਨਾਲ ਨਹੀਂ ਹੋਣਾ। ਜੋ ਵਿਦਵਾਨਾਂ ਨਾਲ ਵਿਚਾਰ ਕਰਨ ਤੋਂ ਬਾਅਦ ਸਰ ਜਗਤਾਰ ਸਿੰਘ ਦੀ ਜਾਚਕ ਤੇ ਹੋਰ ਵਿਦਵਾਨਾਂ ਨੂੰ ਮੈਂ ਫੋਨ ਕਰਕੇ ਸਾਰੀ ਗੱਲਬਾਤ ਕੀਤੀ ਹੈ, ਜੋ ਸਮਝ ਆਈ ਹੈ ਉਹਨਾਂ ਦੇ ਮੁਤਾਬਕ ਇਹ ਸੁਹਾਵੇ ਲਫ਼ਜ਼ ਦਲਾਵਾਂ ਨਾਲ ਤੁਕਾਂਤ ਜਾਂ ਕਾਫੀਆ ਜੋ ਦੋ ਸਿਧਾਂਤ ਹੈ ਉਹ ਮਿਲਾਉਣ ਲਈ ਹੀ ਇੱਥੇ ਦਲਾਵਾਂ ਦੇ ਨਾਲ ਵਰਤਿਆ ਗਿਆ ਹੈ। ਅਦਰਵਾਈਜ਼ ਇਹ ਭਗਤ ਸੁਹਾਵੇ ਬਹੁਵਚਨ ਦਾ ਹੈ, ਪਰ ਇੱਥੇ ਬਿੰਦੀ ਦੇ ਨਾਲ ਉਚਾਰਨ ਨਹੀਂ ਹੁੰਦਾ। ਇੰਨੀ ਕੀ ਸੇਵਾ ਪ੍ਰਵਾਨ ਕਰਨੀ ਜੀ। ਹੋਰ ਕੋਈ ਇਹਦੇ ਵਿੱਚ ਸੁਝਾਅ ਦੇਣਾ ਚਾਹੋ ਦੇ ਸਕਦੇ ਹੋ, ਕਿਉਂਕਿ ਮੈਂ ਇਸ ਸਬਜੈਕਟ ਦਾ ਬਾਹਰ ਨਹੀਂ ਹਾਂ। ਮੈਂ ਤਾਂ ਜੋ ਆਪ ਸਿੱਖਿਆ ਤੇ ਉਹ ਆਪ ਜੀ ਨਾਲ ਸਾਂਝਾ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ 'ਚ ਹੈ ਜੀ। ਤੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਕਈ ਵਾਰੀ ਤੁਕਾਂਤ ਮਿਲਾਉਣ ਦੇ ਲਈ, ਕਾਫੀਆ ਮਿਲਾਉਣ ਦੇ ਲਈ, ਉਹ ਬੈਲੈਂਸ ਮਿਲਾਉਣ ਲਈ, ਰਿਦਮ ਦਾ ਬੈਲੈਂਸ ਠੀਕ ਕਰਨ ਲਈ ਵੀ ਇਹ ਜਿਹੜੇ ਨੇ ਅੱਖਰ ਇਸ ਤਰ੍ਹਾਂ ਆਉਂਦੇ ਨੇ। ਤੋ ਸ਼ਾਇਦ ਉਹਦੇ ਕਰਕੇ ਆਇਆ ਹੈ। ਤੋ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਨੇ, ਹੋਰ ਬਹੁਤ ਸਾਰੀਆਂ ਉਦਾਹਰਨਾਂ ਵੀ ਨਾਲ ਦਿੱਤੀਆਂ ਨੇ। ਤੋ ਆਸ ਕਰਦੇ ਹਾਂ ਵੀ ਇਹ ਗੱਲ ਜਿਹੜੀ ਹੈ ਭੈਣ ਡੋਲੀ ਕੌਰ ਜੀ ਨੂੰ, ਡੋਲੀ ਸਿੰਘ ਜੀ ਨੂੰ ਔਰ ਬਾਕੀ ਵੀਰਾਂ ਭੈਣਾਂ ਨੂੰ ਸਪਸ਼ਟ ਹੋ ਗਈ ਹੋਏਗੀ। ਤੋ ਸਾਧ ਸੰਗਤ ਜੀ, ਹੁਣ ਸਮਾਂ ਹੋ ਗਿਆ। ਬਾਕੀ ਦੇ ਸਵਾਲ ਜਿਹੜੇ ਨੇ ਉਹ ਅਗਲੇ ਹਫਤੇ ਆਪਾਂ ਉਹਨਾਂ ਨੂੰ ਪਹਿਲੇ ਲੈ ਲਵਾਂਗੇ। ਬਾਕੀ ਜਿਹੜੇ ਅਗਲੇ ਸਵਾਲ ਆਉਣਗੇ ਉਹ ਪਿੱਛੇ ਰੱਖ ਲਾਂਗੇ। ਤੋ ਜਿਨ੍ਹਾਂ ਦੇ ਉਹ ਸਵਾਲ ਨੇ ਮੈਂ ਉਹਨਾਂ ਪਾਸੋਂ ਖਿਮਾ ਮੰਗਦਾ। ਤੋ ਇਸ ਤੋਂ ਪਹਿਲਾਂ ਕਿ ਵੀਰ ਹਰਜੀਤ ਸਿੰਘ ਜੀ ਨੂੰ ਸਮਾਪਤ ਕਰਨ, ਜਿਹੜੇ ਵੀਰ ਨਵੀਆਂ ਆਈਡੀਜ਼ ਆਈਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਸੰਗਤ ਨਾਲ ਸਾਂਝ ਪਾ ਲੈਣ। ਪਹਿਲੀ ਆਈਡੀ ਹੈ ਜੀ